ਸ੍ਰੀ ਵਾਹਿਗੁਰੂ ਜੀ। ਸ੍ਰੀ ਵਾਹਿਗੁਰੂ ਜੀ। ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ ਸਜਣ ਸੱਚਾ ਪਾਤਸ਼ਾਹ ਸਿਰ ਸੋਹੰਦ ਸਾਹ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬਸੰਤ ਮਹਲਾ ਪੰਜਵਾ। ਜਿਸ ਬੋਲਤ ਮੁਖ ਪਵਿੱਤ ਹੋਇ, ਜਿਸ ਸਿਮਰਤ ਨਿਰਮਲ ਹੈ ਸੋਇ, ਜਿਸ ਅਰਾਧੇ ਜਮ ਕਿਛ ਨਾ ਕਹੈ, ਜਿਸ ਕੀ ਸੇਵਾ ਸਭ ਕਿਛ ਲਹੈ, ਜਿਸ ਬੋਲਤ ਮੁਖ ਪਵਿੱਤ ਹੋਇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੋਟ ਬ੍ਰਹਮੰਡਾਂ ਦੇ ਮਾਲਕ ਜੁਗੋ ਜੁਗੇ ਅਟਲ ਸ਼ਬਦ ਅਵਤਾਰ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਪਵਿੱਤਰ ਪਾਵਨ ਹਜ਼ੂਰੀ ਦੇ ਵਿੱਚ ਜੁੜ ਮਿਲ ਬੈਠੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਆਓ ਬੜੇ ਪਿਆਰ ਸਤਿਕਾਰ ਦੇ ਨਾਲ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮਗਤ ਮੇਰੀ, ਜਲਨ ਬੁਝੀ ਸੀਤਲ ਹੋਏ ਮਨੁਆ ਸਤਿਗੁਰ ਕੈ ਦਰਸ਼ਨ ਪਾਏ ਜੀਓ। ਸਤਿਗੁਰਾਂ ਦੀ ਪਵਿੱਤਰ ਅੰਮ੍ਰਿਤ ਬਾਣੀ ਦੀ ਕਥਾ ਵਿਚਾਰ ਵਿਆਖਿਆ ਸੋ ਸਰਵਣ ਕਰਕੇ ਲਾਹਾ ਪ੍ਰਾਪਤ ਕਰੋ ਜੀ। ਸ਼ਬਦ ਦੀ ਪਹਿਲੀ ਪੰਕਤੀ ਹੈ ਜਿਸ ਬੋਲਤ ਮੁਖ ਪਵਿੱਤ ਹੋਏ। ਇਸ ਲਈ ਮੁਖ ਨੂੰ ਪਵਿੱਤਰ ਕਰਨ ਹਿੱਤ ਇੱਕ ਵਾਰ ਉੱਚੀ ਬੋਲ ਕੇ ਮੇਰੇ ਕੰਨਾਂ ਵਿੱਚ ਆਵਾਜ਼ ਪਾਓ ਜੀ। ਗੱਜ ਕੇ ਕਹੋ ਸਤਿਨਾਮ ਸ੍ਰੀ ਵਾਹਿਗੁਰੂ ਜੀ। ਸਤਿਨਾਮ ਸ੍ਰੀ ਵਾਹਿਗੁਰੂ
ਬਸੰਤ ਮਹਲਾ ਪੰਜਵਾ। ਸਤਿਗੁਰੂ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਦਾਰ, ਸ਼ਾਂਤੀ ਦੇ ਸੋਮੇ, ਗੁਰਬਾਣੀ ਦੇ ਰਚਨਾਹਾਰ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਬਸੰਤ ਰਾਗ ਦੇ ਵਿੱਚ ਸ਼ੁਭ ਪਾਵਨ ਉਪਦੇਸ਼ ਦੀ ਬਖਸ਼ਿਸ਼ ਕਰ ਰਹੇ ਹਨ। ਜਿਸ ਬੋਲਤ ਮੁਖ ਪਵਿੱਤ ਹੋਇ, ਜਿਸ ਪ੍ਰਭੂ ਦਾ ਜਸ ਬੋਲਣ ਦੇ ਨਾਲ, ਕਥਾ ਕੀਰਤਨ ਬੋਲਣ ਦੇ ਨਾਲ, ਨਾਮ ਬੋਲਣ ਦੇ ਨਾਲ ਮੁਖ ਵੀ ਪਵਿੱਤਰ ਹੋ ਜਾਂਦਾ ਹੈ। ਜਿਸ ਸਿਮਰਤ ਨਿਰਮਲ ਹੈ ਸੋਇ, ਜਿਸ ਪ੍ਰਭੂ ਦਾ ਸਿਮਰਨ ਕਰਨ ਦੇ ਨਾਲ ਲੋਕ ਪਰਲੋਕ ਦੇ ਵਿੱਚ ਉਜਲ ਸ਼ੋਭਾ ਹੁੰਦੀ ਹੈ। ਜਿਸ ਆਰਾਧੇ ਜਮ ਕਿਛ ਨਾ ਕਹੈ, ਜਿਸ ਪ੍ਰਭੂ ਦਾ ਸਿਮਰਨ ਕਰਨ ਦੇ ਨਾਲ ਯਮਦੂਤ ਵੀ ਕੁਝ ਨਹੀਂ ਕਹਿੰਦਾ। ਸ਼ਬਦ ਸੁਣੇ ਤਾਂ ਦੂਰੋਂ ਭਾਗੇ, ਮਤ ਮਾਰੇ ਹਰ ਜੀਵ ਵੇ ਪ੍ਰਵਾਹ ਹੈ। ਜਿਸ ਕੀ ਸੇਵਾ ਸਭ ਕਿਛ ਲਹੈ, ਜਿਸ ਪ੍ਰਭੂ ਦੀ ਸੇਵਾ ਟਹਿਲ ਕਰਨ ਦੇ ਨਾਲ ਜੀਵ ਸਭ ਕੁਝ ਧਰਮ, ਅਰਥ, ਕਾਮ, ਮੋਖ ਇਹ ਪ੍ਰਾਪਤ ਕਰ ਲੈਂਦਾ ਹੈ। ਰਾਮ ਰਾਮ ਬੋਲ, ਰਾਮ ਰਾਮ। ਇਹ ਭਾਈ ਮਨ ਕਰਕੇ ਵੀ ਰਮੰਤੀ ਰਾਮ ਵਾਹਿਗੁਰੂ ਵਾਹਿਗੁਰੂ ਬੋਲ ਉਚਾਰਨ ਕਰ, ਅਤੇ ਬਾਣੀ ਕਰਕੇ ਵੀ ਰਾਮ ਰਾਮ ਵਾਹਿਗੁਰੂ ਵਾਹਿਗੁਰੂ ਉਚਾਰਨ ਕਰ। ਇਸ ਪ੍ਰਕਾਰ ਰਾਮ ਰਾਮ ਬੋਲ, ਰਾਮ ਰਾਮ। ਜੋ ਰਾਮ ਪ੍ਰਭੂ ਸਤਿਯੁਗ ਵਿੱਚ ਵਿਆਪਕ ਸੀ, ਜੋ ਰਾਮ ਪ੍ਰਭੂ ਤ੍ਰੇਤੇ ਵਿੱਚ ਵਿਆਪਕ ਸੀ, ਜੋ ਰਾਮ ਪ੍ਰਭੂ ਦੁਆਪਰ ਵਿੱਚ ਵਿਆਪਕ ਸੀ, ਅਤੇ ਜੋ ਰਾਮ ਪ੍ਰਭੂ ਹੁਣ ਕਲਯੁਗ ਦੇ ਵਿੱਚ ਵੀ ਵਿਆਪਕ ਹੈ, ਉਸ ਵਾਹਿਗੁਰੂ ਦੇ ਨਾਮ ਨੂੰ, ਜਸ ਨੂੰ ਉੱਚੀ ਬੋਲ ਕੇ ਉਚਾਰਨ ਕਰ। ਜੋ ਉੱਚੀ ਬੋਲ ਕੇ ਕੰਨਾਂ ਨੂੰ ਸੁਣਾਉਣਾ ਹੈ, ਸਭ ਤੋਂ ਵਧੀਆ ਤਰੀਕਾ ਇਹ ਮਨ ਨੂੰ ਟਿਕਾਉਣ ਦਾ ਹੈ। ਆਪਾਂ ਕਹਿੰਦੇ ਹਾਂ ਸਾਡਾ ਮਨ ਨਹੀਂ ਟਿਕਦਾ, ਪਰ ਗੱਲਾਂ ਅਸੀਂ ਚੁਗਲੀਆਂ ਦੂਜਿਆਂ ਦੀਆਂ ਸੁਣੀ ਜਾਂਦੇ ਆ, ਹੱਥ ਨਾਲ ਮਾੜਾ ਕਮਾਈ ਜਾਂਦੇ ਆ, ਜ਼ੁਬਾਨ ਦੇ ਨਾਲ ਵਾਹਿਗੁਰੂ ਵਾਹਿਗੁਰੂ ਕਰੀ ਜਾਂਦੇ ਆ। ਜਿਹੜਾ ਵਾਹਿਗੁਰੂ ਨਾਮ ਹੈ ਉਹ ਕੰਨਾਂ ਦੇ ਰਾਹੀਂ ਵੀ ਅੰਦਰ ਜਾਂਦਾ ਹੈ। ਜੋ ਕੁਝ ਆਪਾਂ ਸੁਣਦੇ ਆ ਉਹਦਾ ਸਾਡੇ ਦਿਲ ਔਰ ਦਿਮਾਗ ਦੇ ਉੱਪਰ ਅਸਰ ਹੁੰਦਾ ਹੈ। ਇਸ ਵਾਸਤੇ ਪਾਤਸ਼ਾਹ ਜੀ ਦਾ ਵਚਨ ਹੈ ਕਿ ਕੰਨਾਂ ਦੇ ਨਾਲ ਵੀ ਗੁਰਬਾਣੀ ਨੂੰ, ਵਾਹਿਗੁਰੂ ਨਾਮ ਨੂੰ ਸੁਣਨਾ ਹੈ, ਤੇ ਜ਼ੁਬਾਨ ਦੇ ਨਾਲ ਵੀ ਉੱਚੀ ਬੋਲਣਾ ਹੈ। ਜੇ ਆਪ ਦਾ ਕੋੜੀ ਉੱਚੀ ਬੋਲ ਕੇ ਕੰਨਾਂ ਨਾਲ ਸੁਣੀਏ ਤਾਂ ਮਨ ਜਲਦੀ ਟਿਕਦਾ ਹੈ। ਦੁੱਖ ਰੋਗ ਸੰਤਾਪ ਉਤਰੇ, ਸੋਹਣੀ ਸੱਚੀ ਬਾਣੀ। ਦੂਜਾ ਦੁੱਖ ਵੀ ਉਤਰ ਜਾਂਦੇ ਨੇ, ਰੋਗ ਵੀ ਚਲੇ ਜਾਂਦੇ ਨੇ, ਤੇ ਸੰਤਾਪ ਕਲੇ ਕਲੇਸ਼, ਕਲਯੁਗ ਦੇ ਜਿਹੜੇ ਕਲੇਸ਼ ਸਾਡੇ ਮਨ ਨੂੰ ਤਪਾਉਣ ਵਾਲੇ ਨੇ ਉਹ ਵੀ ਨਾਸ਼ ਹੋ ਜਾਂਦੇ ਹਨ। ਇਸ ਲਈ ਜਦ ਵੀ ਬੋਲੀਏ ਉੱਚੀ ਬੋਲ ਕੇ ਗੁਰਬਾਣੀ ਦਾ ਪਾਠ ਕਰੀਏ, ਵਾਹਿਗੁਰੂ ਨਾਮ ਨੂੰ ਬੋਲੀਏ। ਜਦ ਸਿਰ ਦਰਦ ਹੋਣ ਲੱਗ ਪਏ ਜਾਂ ਥੱਕ ਜਾਏ ਫਿਰ ਥੋੜਾ ਹੌਲੀ ਹੋ ਜਾਈਦਾ, ਪਰ ਮਨ ਉਸੇ ਤਰ੍ਹਾਂ ਟਿਕਿਆ ਰਹਿੰਦਾ। ਤੇ ਜੇ ਉਹੀ ਸਿਰ ਘੁਮਾਈ ਜਾਏ, ਕਈ ਮੇਰੇ ਵਰਗੇ ਹਜ਼ੂਰੀ 'ਚ ਬੈਠੇ ਸਿਰ ਹੀ ਘੁਮਾਉਂਦੇ ਨੇ, ਪਤਾ ਨਹੀਂ ਕੁਛ ਪੜ੍ਹਦੇ ਨੇ ਜਾਂ ਨਹੀਂ, ਜਾਂ ਅੱਖਾਂ ਹੀ ਫੇਰਦੇ ਨੇ। ਸਾਧ ਸੰਗਤ ਜੀਓ, ਬੋਲ ਕੇ ਬਾਣੀ ਦਾ ਪਾਠ ਕਰਨ ਦੀ ਆਗਿਆ ਹੈ। ਇਸ ਲਈ
जद महाराज सानू सारी मेहनत दिंदे ने, भेटादक दिंदे ने, तो परफॉर्मेंस भी साडे वालों पूरी होनी चाहिए है। तो जे मजबूरी ही समझदा रहा फिर ना आपनों लाभ है ना दूसरे नूं लाभ है। महाराज का वचन है, कहते बद्दा चट्टी जो भरे, ना गुण ना उपकार, सेती खुशी सवारी है, नानक कारज सार। खुशी खुशी प्रसन्नता दे नाल, क्योंकि बोलिया उदों जाता जो बंदे का मन खुश हो। जिथे मरे होण उत्थे सारे चुप करके बैठे होंदे ने, विआहां दे विच रौला पैंदा है, उच्ची उच्ची लोग बोलते हैं। इउं जद बंदे का मन खुश होंदा, कई बार बाथरूम दे विच ही गाने गाई जाऊगा। इस वास्ते मन की प्रसन्नता के नाल जद आपां नितनेम करते हैं, रौ लाउंदे हैं, तो बोलण नूं दिल करदा है। खुशी दे नाल प्रसन्नता दे नाल नानक भगता सदा विगास, सुनिया दुख पाप का नाश। खुशी दे नाल भगतां दा मन प्रसन्न रहिंदा है। नाम नूं बोलण ते सुणन दे नाल दुखां अते पापां दा खात्मा हुंदा है। इसलिए सतगुरु नानक देव महाराज जी ने नाम जपण दा बड़ा वधिया तरीका, बड़ी सोहनी जुगती दिती है। श्री जपजी साहब दे विच गुरु साहब की आज्ञा है, गावीए सुनिए, जो भी मुखों बोलीए गावीए, उन्होंने कन्नां दे नाल ध्यान नाल सुनिए। मन रखिए भाव ते मन दे विच प्रेम रखिए। दुख पर हर सुख घर लै जाए, फिर दुखा नूं नाश करके सुख आपदे घर विच लै जावांगे। इउं पंजवें पातशाह फरमाउंदे ने, हे गुरमुखा तू वाहिगुरु नाम नूं बोल, गुरबाणी नूं बोल, अते उसे बोल नूं शरधा संयुक्त कन्नां दे नाल सुनना कर। साडा सुभाव कैसा है, गंदन वैण सुनह उरझावै। जिहड़े गंदे मंदे वैण गीत ने, उन्होंने सुन के विकारां दे विच साडा मन उलझिया रहिंदा है। नाम सुनत अलकावै। वाहिगुरु का नाम सुनने दे विच आलस करदा है, नींदर आउंदी है, सुस्ती पाउंदा है, उदासियां वांग रहिंदा है। जिस तरह किसी ने बन के बिठाया लाया होवे, इस तरह नहीं। सो जे असी दूसरिया दुनियावी गल्लां विच एक्टिविटी दिखाउंदे हाँ, ध्यान दिंदे आ, तां गुरबाणी विच भी साडा ध्यान बोलण विच भी ते सुनन विच भी होना चाहिए। जे परमात्मा ने सोहनी आवाज़ दित्ती है तां कीर्तन सिखीए ते गुरबाणी दे शब्द पढ़ना करिए। इसलिए महाराज फरमान करते हैं, उस वाहिगुरु के जस नूं उचार जो सारे रमिया होया। चार बार नाम पद कहण तो भाव चार अखरां वाला वाहिगुरु मंत्र समझना। जिथे भी राम आवे, अल्लाह आवे, उहदे अर्थ वाहिगुरु ही समझने ने। ये वाहिगुरु मंत्र नूं बोलना कर, सिमरना कर। वाहिगुरु 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 वाहि जीओ। कवल नैन मधुर बैन, कोट सैन संग सोभ, कहत मां जसोद जिसै, दही पात खाहे जियो। देख रूप अत अनूप, मोहो महा मग भई, किंकनी शब्द जानत कार खेल पाहे जियो। काल कलम हुक्म हाथ, कहो कौन मिल सके, ईस ब्रह्म ज्ञान ध्यान, धरत ही है चाहे जियो। सत साज श्री निवास, आद गुर सदा तुही। वाहिगुरु 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 वाहि जियो। आओ हर जप पई निहाल निहाल निहाल। हा नाम
ਬੋਲੋਗੇ ਤਾਂ ਦੁੱਖਾਂ ਤੋਂ ਨੇ ਰਹਿਤ ਹੋ ਜਾਓਗੇ। ਤਿਆਗਹੁ ਮਨ ਕੀ ਸਗਲ ਕਾਮ। ਕੰਮ ਹੱਥਾਂ ਦੇ ਨਹੀਂ ਹਨ, ਕੰਮ ਮਨ ਦੇ ਨੇ। ਜਿਹੜਾ ਤਾਂ ਹੱਥਾਂ ਨਾਲ ਕੰਮ ਕਰਨਾ ਹੈ ਉਹਦੇ ਨਾਲ ਤਾਂ ਗਰੀਬੀ ਚੁੱਕੀ ਜਾਂਦੀ, ਦੂਰ ਹੋ ਜਾਂਦੀ ਹੈ। ਮੇਰੇ ਵਰਗੇ ਸਾਰੀ ਸਾਰੀ ਦਿਹਾੜੀ ਸੁੱਤੇ ਰਹਿਣਗੇ, ਵਿਹਲੇ ਬੈਠੇ ਸੋਚਦੇ ਤਾਂ ਰਹਿਣਗੇ ਵੀ ਪੈਸਾ ਆਊਗਾ ਕਿਵੇਂ, ਬਣੂਗਾ ਕਿਵੇਂ, ATM ਮਸ਼ੀਨ ਹੀ ਚੁੱਕ ਲਿਆਈਏ ਖਾ। ਸੋਚਦੇ ਬਥੇਰਾ ਨੇ, ਉਹ ਸੋਚ ਸੋਚ ਕੇ ਬਿਮਾਰ ਹੋ ਜਾਂਦੇ ਨੇ। ਕੰਮ ਕਰਦੇ ਹੈ ਕੱਖ ਨਹੀਂ, ਸੋਚਦੇ ਜ਼ਿਆਦਾ ਨੇ। ਜਿਹੜਾ ਬੰਦਾ ਆਪਦੇ ਹੱਥੀਂ ਕੰਮ ਕਰਦਾ ਹੈ ਉਹਦੀ ਸੋਚ, ਉਹਦੀ ਵਿਚਾਰ, ਉਹਦੀ ਚਿੰਤਾ ਖਤਮ ਹੋ ਜਾਂਦੀ ਹੈ। ਚਿੰਤਾ ਕਹਿੰਦੇ ਚਿਖਾ ਬਰਾਬਰੀ ਹੈ। ਸੋ ਕੰਮ ਕਰਨ ਦਾ ਕੋਈ ਲਾਮਾ ਨਹੀਂ ਹੈ। ਸਤਿਗੁਰੂ ਨਾਨਕ ਦੇਵ ਜੀ ਨੇ ਸਿੱਖੀ ਦੇ 3 ਪ੍ਰਿੰਸੀਪਲ ਮੁੱਢਲੇ ਸਿਧਾਂਤ ਬਖਸ਼ਿਸ਼ ਕੀਤੇ ਨੇ। ਕਿਰਤ ਕਰੋ, ਸਿੱਖਾਂ ਨੂੰ ਵਿਹਲੇ ਨਹੀਂ ਬਿਠਾਇਆ। ਜਿਹਦੀ ਪੈਲੀ ਬੰਨਾ ਹੈ ਉਹ ਆਪਦੀ ਖੇਤੀ ਕਰੇ, ਜਿਹਦੀ ਦੁਕਾਨ ਹੈ ਉਹ ਸਮੇਂ ਸਿਰ ਦੁਕਾਨ ਤੇ ਵਪਾਰ ਕਰੇ। ਕੋਈ ਵੀ ਕਿਸੇ ਦਾ ਕਾਰੋਬਾਰ ਹੈ, ਖੁਸ਼ੀ ਦੇ ਨਾਲ ਕੰਮ ਕਰਨ ਤੋਂ ਪੈਸੇ ਆਉਂਦੇ ਨੇ। ਕੰਮ ਕਰਨਾ ਤੇ ਕਈ ਵਾਰ ਮੁਸ਼ਕਿਲ ਔਖਾ, ਪਰ ਜਦ ਪੈਸੇ ਮਿਲਦੇ ਨੇ ਫਿਰ ਬੰਦੇ ਦਾ ਮਨ ਖੁਸ਼ ਹੋ ਜਾਂਦਾ, ਮੰਗਣ ਦੀ ਲੋੜ ਨਹੀਂ ਰਹਿੰਦੀ। ਇਸ ਲਈ ਕਿਰਤ ਕਰੋ, ਮਹਾਰਾਜ ਕਹਿੰਦੇ ਨਾਲ ਨਾਮ ਵੀ ਜਪੋ। ਨਾਮ ਇਹ ਨਹੀਂ ਕਹਿੰਦਾ ਵੀ ਕੰਮ ਨਾ ਕਰੋ। ਘਰ ਦੀ ਰੋਟੀ ਕਿਵੇਂ ਦੇਣਗੇ? ਅਗਲੇ ਕਹਿਣਗੇ ਕਰਦਾ ਤਾਂ ਤੂੰ ਕੁਛ ਹੈ ਨਹੀਂ। ਇਸ ਵਾਸਤੇ ਸੰਸਾਰ ਦੀ ਮਰਿਆਦਾ ਹੈ। ਰੱਬ ਨੇ ਬੰਦਾ ਬਣਾਇਆ, ਬੰਦੇ ਦੀ ਹੱਥ ਤੇ ਪੈਰ ਦਿੱਤੇ ਨੇ, ਡੰਗਰਾਂ ਦੇ ਥੋੜ੍ਹਾ ਦਿੱਤੇ ਨੇ। ਉਹ ਵੀ ਵੇਖੋ ਮੋਢਿਆਂ ਤੇ ਗੱਡੇ ਤੇ ਭਾਰ ਚੁੱਕੀ ਫਿਰਦੇ ਨੇ, ਕਿੰਨਾ ਸੋਹਣਾ ਦੁੱਧ ਦਿੰਦੇ ਨੇ। ਆ ਕੁੱਤਾ ਵੀ ਵੇਖੋ ਖਾ ਕੇ ਪਹਿਰਾ ਲਾਉਂਦਾ। ਇੱਕ ਬੰਦਾ ਹੀ ਹੈ ਜਿਹੜਾ ਸੋਚਦਾ ਵੀ ਮੈਂ ਵਿਹਲਾ ਰਹਾਂ। ਮਹਾਰਾਜ ਦਾ ਨਾਮ, ਮਹਾਰਾਜ ਦੀ ਬਾਣੀ ਨਿਤਨੇਮ ਨਹੀਂ ਕਹਿੰਦਾ ਵੀ ਵਿਹਲੇ ਬੈਠੇ ਰਹੋ, ਕੰਮ ਕਰੋ। ਭਾਵੇਂ ਆਪਦੀ ਰੋਟੀ ਵਾਲਾ ਟੇਬਲ ਹੀ ਸਾਫ਼ ਕਰੋ। ਜਿਹੜਾ ਬੰਦਾ ਰੋਟੀ ਖਾ ਕੇ ਲੱਤ ਮਾਰਦਾ, ਆਪਦੇ ਜੂਠੇ ਭਾਂਡੇ ਨਹੀਂ ਚੁੱਕ ਕੇ ਹੱਥ ਧੋ ਸਕਦਾ, ਉਹ ਵੀ ਚਾਹੁੰਦਾ ਵੀ ਜੂਠੇ ਭਾਂਡੇ ਵੀ ਕੋਈ ਲੈ ਜਾਏ ਤੇ ਹੱਥ ਇੱਥੇ ਹੀ ਧਵਾ ਦੇ ਤੇ ਉੱਥੇ ਹੀ ਗਿੱਟ ਜਾਈਏ। ਦੱਸੋ ਦੂਸਰੇ ਦਾ ਕੀ ਸਵਾਰੂਗਾ? ਕਮ ਸੇ ਕਮ ਆਪਦੇ ਹੱਥ ਬੰਦਾ ਆਪ ਧੋਵੇ, ਜੂਠੇ ਭਾਂਡੇ ਤਾਂ ਚੁੱਕੇ। ਟੇਬਲ ਤੇ ਜੂਠ ਖਿਲਰੀ ਉਹਨੂੰ ਸਾਫ਼ ਕਰੇ। ਜਿਹੜਾ ਪਕਾਉਣ ਵਾਲਾ, ਵਰਤਾਉਣ ਵਾਲਾ, ਕਈ ਵਾਰ ਉਹਦਾ ਟਾਈਮ ਨਹੀਂ ਹੁੰਦਾ, ਜੂਠੇ ਭਾਂਡੇ ਬੁਰੇ ਲੱਗਦੇ ਨੇ, ਉਹਨਾਂ ਜੀ ਖਾਣਾ ਤੇ ਉਹਨਾਂ ਭਾਂਡਿਆਂ 'ਚ ਹੱਥ ਧੋਣੇ। ਉਹ ਵੇਖ ਕੇ ਤਾਂ ਉਹੀ ਉਲਟੀ ਆਉਂਦੀ ਹੈ। ਲੋਕ ਤਾਂ ਅੱਜ ਕੱਲ੍ਹ ਜਿਹੜੇ ਕੋਠੀਆਂ ਦੇ ਨਕਸ਼ੇ ਨੇ ਉਹਨਾਂ 'ਚ ਵਾਸ਼ ਬੇਸਨ ਨਹੀਂ ਲਾਉਂਦੇ। ਨਵੇਂ ਨਕਸ਼ਿਆਂ 'ਚ ਤੁਸੀਂ ਵੇਖਿਆ ਹੋਊਗਾ ਓਪਨ 'ਚ ਵਾਸ਼ ਬੇਸਨ, ਹੱਥ ਧੋਣੇ ਮਨਾ ਕੀਤੇ ਗਏ ਨੇ। ਵਾਸ਼ਰੂਮ 'ਚ ਜਾਓ, ਕੁੰਡੀ ਬੰਦ ਕਰੋ, ਫਿਰ ਆਪਦਾ ਕਿਰਿਆ ਕਰਮ ਕਰੋ। ਤੇ ਇਸ ਵਾਸਤੇ ਕਹਿਣ ਤੋਂ ਭਾਵ ਇਹ ਹੈ ਵੀ ਆਪਦੇ ਘਰ ਦੀ ਬਾਰੀ ਕੋਈ ਬੂਹਾ ਹੀ ਬੰਦਾ ਸਾਫ਼ ਕਰੇ, ਕੁਛ ਨਾ ਕੁਛ ਤਾਂ ਕਰੇ। ਜੇ ਕਰਕੇ ਖਾਵਾਂਗੇ ਤਾਂ ਖਾਣ ਨੂੰ ਵੀ ਜੀ ਕਰੂਗਾ, ਉਤਰਾ ਮਨ ਉਦਾਸ ਰਹੂਗਾ। ਇਹੋ ਜਿਹੜਾ ਕੰਮ ਹੈ ਉਹ ਮਹਾਰਾਜ ਦੀ ਆਗਿਆ ਹੈ ਵੀ ਕਰਨਾ ਚਾਹੀਦਾ ਹੈ, ਜੋ ਵੀ ਕਿਸੇ ਦਾ ਹੈ। ਜਿਹੜਾ ਧੰਦਾ ਹੈ ਉਹ ਮਨ ਦਾ ਹੈ, ਹੱਥਾਂ ਦਾ ਧੰਦਾ ਨਹੀਂ ਹੈ। ਨਾਮਾ ਕਹਿਤ ਲੋਚਨਾ ਮੁਖ ਤੇ ਰਾਮ ਸੰਭਾਲ, ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ। ਚਿੱਤ ਦੀ ਬਿਰਤੀ, ਮਨ ਦੀ ਬਿਰਤੀ ਵਾਹਿਗੁਰੂ ਨਾਮ ਦੇ ਵਿੱਚ ਰੱਖਣੀ ਹੈ। ਹੱਥਾਂ ਦੇ ਨਾਲ ਕਿਰਤ ਕਰੋ, ਨਾਮ ਜਪੋ ਤੇ ਵੰਡ ਕੇ ਛਕੋ। ਇਹ ਮਹਾਰਾਜ ਨੇ ਅਸੂਲ ਸਿਧਾਂਤ ਦਿੱਤੇ ਨੇ। ਜਿਹੜੀਆਂ ਸਾਡੀਆਂ ਸਰਕਾਰਾਂ ਨੇ ਉਹ ਨੌਜਵਾਨਾਂ ਦੇ ਵਿੱਚ ਖੇਡਾਂ ਨੂੰ ਉਤਸ਼ਾਹਿਤ ਕਰਦੀਆਂ ਨੇ। ਸਾਡੇ ਸੁਹਾਣੇ ਬੱਸ ਸਟੈਂਡ ਬਣਨਾ ਸੀਗਾ, ਉਹਨੂੰ ਚੁੱਕ ਕੇ ਮਾਰਿਆ ਉੱਥੇ 6 ਫੇਸ। ਇੱਥੇ ਬਣਿਆ ਹੁੰਦਾ ਕਈ ਸੁੱਖ ਹੋਣੇ ਸੀਗੇ। ਸਟੇਡੀਅਮ ਬਣਾਤਾ ਮਾਂ ਵਾਲਾ। ਆਪਾਂ ਸੋਚਦੇ ਹਾਂ ਪਿੰਡ ਦੇ ਬੰਦੇ ਵੀ ਸਾਨੂੰ ਕੀ ਸੁੱਖ ਹੈ, ਉੱਥੇ ਤਾਂ ਵੇਖਣ ਵੀ ਨਹੀਂ ਦਿੰਦੇ। ਕੁਛ ਹੁੰਦਾ ਹੋਵੇ ਕਹਿੰਦੇ ਪਰੇ ਪਰੇ। ਦੱਸੋ ਪਿੰਡ ਦੀ ਜਗ੍ਹਾ ਪਿੰਡ ਵਾਲਿਆਂ ਨੂੰ ਅੰਦਰ ਜਾਣ ਨੂੰ ਨਹੀਂ ਦਿੰਦੇ।
एक बार मैं पूछ गया, मैं क्या भी न्याणे घुमाउण फिराउण ले आ सकते ने, टिकट लगती है। कहने तो भाव ये है भी इन्ना वड्डा प्रोजैक्ट किया काहदे लई, बाहरों टीमां आउंदियां ने, नौजवान जिन्हां मुकाबले ते जाना हुंदा नैशनल इंटरनैशनल पद्धर ते, सो उन्हां दी रिहर्सल बकायदा उन्होंने ते मुकाबले भी होंगे, स्टेडियम का बड़ा सरकार वालों खर्चा किया जाता, काहदे लई कि साडे नौजवान पुठे पासे ना पै जान, नशियां के विषयां की खचत ना हो जान। जब बंदा भजदा है उसकी बॉडी मूव करती है, सो सारी ही बॉडी भजन के नाल हरकत में आउंदी है, शरीर तंदुरुस्त हुंदा, खेडां दे नाल मन खुश हुंदा, फिर थक के बंदा आराम भी कर सकता। वेले नूं तां नींद भी नहीं आती, छत वाली वेखदा रहिंदा, जे नींद नहीं आऊगी दिमाग खराब होगा, कमला हो जाएगा। सो नौजवानों को कहते भी खेडो, कबड्डी खेडो, घोल करो, कुछ होर खेड खेडो, काहदे लई मन खुश हो जाए ते नशियां विशियां च ना खचत होइए। गुरु घर दे विच छेवें पातशाह ने मल अखाड़े कायम किया, गुरु अंगद देव जी भी खडूर साहब कुश्तियां कराते रहे। गुरुद्वारे विच बिल्डिंग की सेवा, लंगर की सेवा, कार सेवा को उत्साहित किया जाता है। रब ने हथ दिते ने, पैर दिते ने, सानू करके खाना चाहिए, सेवा करके फिर प्रसादा छकना चाहिए। बिन सेवा त्रिग हथ पैर, भावें दो भांडे बंदा मांजे, दो ही रोटियां पकावे, थोड़ा बहुता झाड़ू पूंज, जिथे भी सेवा मिले सेवा करनी चाहिए है, क्योंकि कली सुखी अरदास नहीं मनी जाती। महाराज कहते भी अरदास भी तां मनी जाती है जे तुसी सेवा करोगे। बिन सेवा फल कब हो ना पावस, सेवा करनी सारी, सेवा तो बगैर कोई फल प्राप्त नहीं होता। इसलिए गुरु घर की सेवा करनी सर्वश्रेष्ठ है। सतगुर की सेवा सफल है, जे को करे चित लाए, मन चिंतिया बर पावना, हमें विचों जाए। विच दुनिया सेव कमाई है, तो अंदर गए पैसन पाई है, कहो नानक बाहर उड़ाई है। बाहर उड़ाई का मतलब हाथ उच्चा करके जकारे छड़ते निहंग सो तुरे जाते हैं, जोड़ा बांह उच्ची करके वो खुशी की निशानी होती है। इस प्रकार सो सेवा ते सिमरन दो महाराज ने काम गुरु घर दे विच बख्शिश कीते ने। कल्ले सिमरन दे नाल कई बार मन नहीं टिकदा, उन्हें आप कर नहीं सकते, जे नाल सेवा होगी डबल फायदा होएगा। इसलिए भाई साहब भाई गुरदास साहब जी लिखते हैं, गुरमुख हाथ सकथ हन, साध संगत गुर कार कमावे। हाथ दे हाथ रख के बैठे रहना ये कोई गुरमुखताई नहीं है। गुरमुखां दे हाथ सफले ने, क्यों सफले ने? क्योंकि साध संगत गुरुद्वारे की कार सेवा करते हैं, बिल्डिंगां दी, लंगर दी, पकाउण दी, वरताउण दी, पानी पक्खा पीहना, पैर धोए चरना मत पावे। वो पक्खा चलते ने, लंगर वास्ते चक्की पींदे ने, पानी ढोंदे ने, पैर धो के चरना मृत आपदे मुख विच पाउंदे हन। गुरबाणी लिख पोतियां, ताल मृदंग रबाब बजावे। कोई ना कोई साज सीखना चाहिए। बाहरली संगत वो पुछदी है भी हाँ तुहानू की आउंदा है, जे कहो भी पाठ ही आउंदा, अगले कहते पाठ तो असीं भी कर लेंदे हां। अजकल श्रोमणी कमेटी ने श्री गुरु ग्रंथ साहिब जी के पावन सरूप गुरबाणी पातशाही की हुई है। जिहड़ा मर्जी 10 जमातां पढ़िया वो गुरबाणी का पाठ करी जाता है।
कहते भी कोई ना कोई कीर्तन है, कोई जोड़ी, कोई वाजा, ये जरूरी होना चाहिए। इस वास्ते गुरसिख जिहड़ा है वो साज सिखे, गुरबाणी के कीर्तन के विच मुहारत हासिल करे। गुरबाणी लिख पोथियां, हत्थां की सफलता किस तरीके नाल है कि गुरबाणी दी पोथियां नूं लिख के, छपा के, वंड के गुरु जी की खुशी लए। लुधियाने अर्बन एस्टेट दे विच सरदार स्वरूप सिंह अलग की कोठी है, 500 कुछ नंबर है। मैं उत्थे एक बार किताब लैन वास्ते गया सी। वो बड़े गुरमुख प्यारे शरधा भावना वाले ने, सोहना कागज लाउंदे, सोहनी जिलद, वधिया टाइटल। पटियाला भाषा विभाग यूनीवर्सिटी चों डायरैक्टर रिटायर हुए ने, और वो फ्री ऑफ कॉस्ट बिना किसी मुल तो इन्नियां सोहनियां लिखतां पोथियां लिख लिख वंडदे इउं। सो जिथों तक जोर पवे वित अनुसार गुरबाणी के प्रचार हित गुरबाणी दीयां पोथियां लिख के संगतां दे विच वंडना करे, ते ताल मृदंग रबाब बजावे, वाजा बजावे, रबाब बजावे, जोड़ी बजावे, ढोलकी बजावे, शैणी बजावे। इउं मन दे शौक होवे कि आपां कीर्तन करिए, कीर्तन सीखिए। नमस्कार डंडोत कर गुर भाई गल मिल गल लावे, मत्था टेके गुर भाइयां नूं गुलवकड़ी पाउणा करे। किरत बिरत कर धर्म दी अतों दे के भला मनावे, धर्म की किरत करके उपजीविका तोरे। ये ना सोचे भी घर वाली नौकरी करे जे आपां वेले बैठे रहीए, जां साडा प्यो ही सारी उम्र सानूं खवाउंदा रहे, साडी माँ ही सानूं रोटियां पका के दिंदी रहे। कुछ आप भी करन दी जाच सीखे, कुछ ना कुछ करके फिर खावे। आपदे धर्म मुताबिक, कुल मुताबिक जिहड़ा काम सीखे है वो किरत करके उपजीविका आपदी खुद आप चलावे, और हथों दे के भला मनावे, हथों दान दे के भला करके मनावे कि वाहिगुरु ने ये मेरे ते परोपकार किया, मैथों सेवा लई है। पास परस अपरस होए, पार तन भार तन हथ न लावे। चरण रूप पारस नूं परस के आप अपरस होके पराई स्त्री या पराई धन नूं हथ न लावे। गुर सिख पूज के पाए भगत पै पाउणा भावै। गुरमुखा ਅਤੇ ਗੁਰਸਿੱਖਾਂ ਦੇ ਚਰਨ ਪੂਜ ਕੇ ਪ੍ਰੇਮਾ ਭਗਤੀ ਭੈ ਅਤੇ ਭਾਣੇ ਨੂੰ ਮਿੱਠਾ ਕਰਕੇ ਮੰਨੇ। ਜੋ ਕਿਛ ਕਰੇ ਸੋ ਭਲਾ ਕਰ ਮਾਨੀਐ। हिकमत हुक्म चुकाईए। आप गवाए ना आप गणावे। आपा भाव नूं दूर करके अपना हाथ कदी भी ना जनावे। इउं उन्हां गुरमुखां दे हथ सफल हन। मतलब हथ सफल तां ने जे महाराज सच्चे पातशाह जी दे घर दी सेवा करना करे। इउं जिहड़ा धंधा है मन धंधा मन का कर्म कमाए। मन का धंधा है जिहदे च बझा जीव फजूल कर्म करता है। इउं मन दे सारे जिहड़े धंधे ने काम ने फुरने ने इहनूं त्यागना करो। अते पातशाह जी फरमाउंदे ने बामन चंदन आखिए महले बिसीर तिस लपटाही। पास अंदर पत्थरा पत्थर पास हुए न जाही। मणि जना सप्पा सरी होए पी सप्पा भेच फराही। लहरी अंदर हंसले मानक मोती जुग जुग खाही। ज्यों जल कवल अलिप्त है घर बारी गुर सिख तिवाही। आशा विच निराश होए जीवन मुक्त जुगत जीवाही। साथ संगत कित मुख सदाही। जिमें चंदन अते पारस का दृष्टांत दिता है। इउं जिहड़े गुरमुख ने
ਉਹ ਸੰਗਤ ਵਿੱਚ ਮਿਲ ਕੇ ਮੁਖ ਦੇ ਦੁਆਰਾ ਵਾਹਿਗੁਰੂ ਨਾਮ ਨੂੰ ਸੁਣਾਉਂਦੇ ਨੇ, ਉੱਚੀ ਬੋਲਦੇ ਨੇ। ਮਹਾਰਾਜ ਕਹਿੰਦੇ ਰਾਮ ਰਾਮ ਬੋਲ, ਰਾਮ ਰਾਮ। ਜਿਹੜਾ ਚੌਂ ਯੁੱਗਾਂ ਦੇ ਵਿੱਚ ਭਲਾ ਕਰਨ ਵਾਲਾ ਰਾਮ ਹੈ, ਉਸ ਰਾਮ ਦੇ ਵਾਹਿਗੁਰੂ ਨਾਮ ਨੂੰ ਜ਼ੁਬਾਨ ਦੇ ਨਾਲ ਬੋਲਣਾ ਕਰ। ਤਿਆਗੋ ਮਨ ਕੇ ਸਗਲ ਕਾਮ, ਮਨ ਦੇ ਸਾਰੇ ਜਿੰਨੇ ਕੰਮ ਨੇ ਧੰਦੇ ਨੇ ਇਹਨਾਂ ਨੂੰ ਤਿਆਗ ਦੇ। ਅਵਰ ਕਾਰ ਨਿਰਖਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਜਿਸਕੇ ਧਾਰੇ ਧਰਨ ਆਕਾਸ, ਵਿਸ਼ਰਾਮ ਦੇ ਕੇ ਫਰਮਾਉਂਦੇ ਨੇ ਕਿ ਜਿਸ ਵਾਹਿਗੁਰੂ ਦੇ ਧਰਤੀ ਅਤੇ ਆਕਾਸ਼ ਆਦਿਕ ਤਤ ਧਰਨ ਧਾਰੇ, ਧਰਨ ਧਰਤੀ ਤੇ ਧਾਰੇ ਅਸਥਿਤ ਕੀਤੇ ਹੋਏ ਨੇ, ਆਪਣੇ ਨਾਮ ਦੇ ਆਸਰੇ ਟਿਕਾਏ ਹੋਏ ਹਨ। ਘਟ ਘਟ ਜਿਸਕਾ ਹੈ ਪ੍ਰਗਾਸ, ਸਾਰੇ ਘਟਾਂ ਘਟਾਂ ਵਿੱਚ ਜਿਸ ਪ੍ਰਭੂ ਦਾ ਹੀ ਚਾਨਣਾ ਹੈ। ਸਿਮਰਤ ਪਤਤ ਪੁਨੀਤ ਹੋਇ, ਜਿਸ ਪ੍ਰਭੂ ਦਾ ਸਿਮਰਨ ਕਰਨ ਨਾਲ ਅਨੇਕਾਂ ਹੀ ਪਾਪੀ ਮਨੁੱਖ ਪਵਿੱਤਰ ਜੀਵਨ ਵਾਲੇ ਹੋ ਜਾਂਦੇ ਹਨ। ਅੰਤ ਕਾਲ ਫਿਰ ਨਾ ਰੋ, ਅਖੀਰ ਦੇ ਸਮੇਂ ਮੁੜ ਮੁੜ ਰੋਣਾ ਨਹੀਂ ਹੁੰਦਾ ਹੈ। ਰੋਂਦਾ ਬੰਦਾ, ਮੈਂ ਪਹਿਲਾਂ ਵੀ ਬੇਨਤੀ ਕੀਤੀ ਹੈ, ਚਿੰਤਾ ਵਾਲਾ ਹੀ ਰੋਂਦਾ, ਜਿਹੜਾ ਕੰਮ ਨਹੀਂ ਕਰਦਾ ਵਿਹਲਾ ਰਹਿੰਦਾ ਉਹ ਰੋਈ ਜਾਂਦਾ ਹੈ। ਜੇ ਆਪਾਂ ਨਾਮ ਜਪਾਂਗੇ, ਮਹਾਰਾਜ ਦੀ ਸੇਵਾ ਕਰਾਂਗੇ, ਫਿਰ ਰੋਣਾ ਕਿਉਂ ਹੋਊਗਾ ਭਲਾ? ਰੋਂਦੇ ਤਾਂ ਬੰਦੇ ਉਹ ਨਹੀਂ ਜਿਨ੍ਹਾਂ ਨੂੰ ਘਾਟਾ ਪੈ ਜਾਏ, ਜਿਨ੍ਹਾਂ ਕੁਛ ਪੈਸਾ ਕਮਾਇਆ ਨਹੀਂ। ਵਿਹਲੇ ਬੰਦੇ ਰੋਂਦੇ ਨੇ। ਕੰਮ ਵਾਲਾ ਬੰਦਾ ਹੈ, ਉਹਨੂੰ ਮਿਹਨਤ ਮਜ਼ਦੂਰੀ ਪੈਸੇ ਮਿਲਦੇ, ਉਹ ਕਿਉਂ ਰੋਏਗਾ ਭਲਾ? ਇਉਂ ਜਿਹੜੇ ਨਾਮ ਜਪਦੇ ਸੇਵਾ ਸਿਮਰਨ ਕਰਕੇ ਲਾਭ ਲੈਂਦੇ ਨੇ, ਉਹ ਅਖੀਰ ਦੇ ਸਮੇਂ ਮੁੜ ਮੁੜ ਰੋਣਾ ਨਹੀਂ ਕਰਦੇ। ਸਗਲ ਧਰਮ ਮਹਿ ਉਤਮ ਧਰਮ, ਸਾਰੇ ਧਰਮਾਂ ਦੇ ਵਿੱਚੋਂ ਇਹ ਰਾਮ ਨਾਮ ਦਾ ਸਿਮਰਨ ਹੀ ਸ੍ਰੇਸ਼ਟ ਧਰਮ ਹੈ। ਸਰਬ ਧਰਮ ਮੈਂ ਸ੍ਰੇਸ਼ਟ ਧਰਮ, ਹਰਿ ਕੋ ਨਾਮ ਜਪ ਨਿਰਮਲ ਕਰਮ। ਕਰਮ ਕਰਤੂਤ ਕੈ ਉਪਰ ਕਰਮ, ਸਾਰੇ ਕਰਮਾਂ ਦੀ ਕਰਨੀ ਦੇ ਉੱਤੇ ਨਾਮ ਸਿਮਰਨ ਹੀ ਸ੍ਰੇਸ਼ਟ ਕਰਮ ਹੈ। ਜਿਸ ਕੋ ਚਾਹੈ ਸੁਰ ਨਰ ਦੇਵ, ਜਿਸ ਪ੍ਰਭੂ ਦੇ ਨਾਮ ਨੂੰ 33 ਕਰੋੜ ਦੇਵਤੇ, ਮਨੁੱਖ, ਵੱਡੇ ਬ੍ਰਹਮਾ ਵਿਸ਼ਨੂੰ ਆਦਿਕ ਦੇਵਤੇ ਇਹ ਵੀ ਚਾਹੁੰਦੇ ਨੇ। ਇਕੱਲਾ ਬੰਦਾ ਹੀ ਨਾਮ ਜਪ ਸਕਦਾ? ਦੇਵੀ ਦੇਵਤੇ ਚਾਹੁੰਦੇ ਨੇ ਵੀ ਮਹਾਰਾਜ ਸਾਨੂੰ ਬੰਦਾ ਬਣਾਏ ਤੇ ਅਸੀਂ ਵੀ ਸੰਗਤ ਕਰੀਏ, ਗੁਰੂ ਸਾਹਿਬ ਦੇ ਘਰ ਦੀ ਸੇਵਾ ਕਰੀਏ। ਬ੍ਰਹਮਾ ਵਿਸ਼ਨੂੰ ਸ਼ਿਵ ਜੀ ਵੀ ਚਾਹੁੰਦੇ ਵੀ ਅਸੀਂ ਵੀ ਸੰਗਤ ਦੇ ਵਿੱਚ ਨਾਮ ਜਪੀਏ, ਸੇਵਾ ਕਰਕੇ ਆਪ ਦਾ ਜਨਮ ਸਫਲ ਕਰੀਏ। ਅੰਤ ਸਭਾ ਕੀ ਲਗੋ ਸੇਵਾ, ਉਸ ਪ੍ਰਭੂ ਨਾਮ ਦੀ ਪ੍ਰਾਪਤੀ ਲਈ ਸ਼ਾਂਤ ਚਿਤ ਮਹਾਤਮਾ ਜਨਾਂ ਦੀ ਸਭਾ ਸੰਗਤ ਦੀ ਸੇਵਾ ਟਹਿਲ ਵਿੱਚ ਲੱਗਣਾ ਕਰੋ ਭਾਈ। ਆਦਿ ਪੁਰਖ ਜਿਸ ਕੀਆ ਦਾਨ, ਮੁੱਢ ਸਰੂਪ ਤੇ ਪੂਰਨ ਪਰਮਾਤਮਾ ਨੇ ਆਪ ਜਿਸ ਮਨੁੱਖ ਨੂੰ ਨਾਮ ਦਾ ਦਾਨ ਦੇਣਾ ਕੀਤਾ ਹੈ, ਜਿਸ ਕਉ ਮਿਲਿਆ ਹਰ ਨਿਧਾਨ, ਇਸ ਮਨੁੱਖ ਨੂੰ ਹੀ ਇਹ ਪ੍ਰਭੂ ਦੇ ਨਾਮ ਦਾ ਖਜ਼ਾਨਾ ਮਿਲਿਆ ਹੈ। ਇਸ ਕੀ ਗਾਤ ਨਿਤ ਕਹੀ ਨਾ ਜਾਏ, ਇਸ ਪ੍ਰਭੂ ਦੀ ਪ੍ਰਾਪਤੀ ਦੀ ਮਰਿਆਦਾ ਕੁਝ ਵੀ ਆਖੀ ਨਹੀਂ ਜਾ ਸਕਦੀ। ਨਾਨਕ ਜਨ ਹਰ ਹਰ ਧਿਆਈ, ਸੋ ਸਤਿਗੁਰੂ ਮਹਾਰਾਜ ਸਾਹਿਬ ਜੀ ਕਥਨ ਕਰਦੇ ਨੇ ਕਿ ਅਸੀਂ ਦਾਸ ਉਸ ਹਰੇ ਪਰੇ ਕਰਨ ਵਾਲੇ ਹਰੀ ਪ੍ਰਭੂ ਨੂੰ ਸਿਮਰਨਾ ਕਰਦੇ ਹਾਂ। ਸੰਤ ਮਹਲਾ ਪੰਜਵਾ, ਬਸੰਤ ਰਾਗ ਵਿੱਚ ਪੰਜਵੇਂ ਪਾਤਸ਼ਾਹ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਫਰਮਾਉਂਦੇ ਨੇ, ਮਨ ਤਨ ਭੀਤਰ ਲਾਗੀ ਪਿਆਸ, ਮੇਰੇ ਮਨ ਹਿਰਦੇ ਅਤੇ ਤਨ ਸਰੀਰ ਦੇ ਵਿੱਚ ਪ੍ਰਭੂ ਦੇ ਦਰਸ਼ਨਾਂ ਦੀ ਪਿਆਸਾ ਲੱਗੀ ਹੋਈ ਸੀ। ਦਰਸ਼ਨ ਪਿਆਸੀ ਦਿਨ ਰਾਤ, ਚਿਤਵੋਂ ਅਨੰਦਿਤ ਨੀਂਦ
ਖੋਲ ਕਪਟ ਗੁਰ ਮੇਲੀਆ, ਨਾਨਕ ਹਰ ਸੰਗ ਮੀਤ। ਗੁਰ ਦਇਆਲ ਪੂਰੀ ਮੇਰੀ ਆਸ, ਦਿਆਲੂ ਗੁਰਾਂ ਨੇ ਮੇਰੀ ਇੱਛਾ ਪੂਰੀ ਕਰ ਦਿੱਤੀ ਹੈ। ਦਿਲ ਵਿਖ ਕਾਟੇ ਸਾਧ ਸੰਗ, ਸ੍ਰੇਸ਼ਟ ਮਹਾਤਮਾ ਜਨਾਂ ਦੀ ਸੰਗਤ ਵਿੱਚ ਮੇਲ ਕੇ ਗੁਰਾਂ ਨੇ ਮੇਰੇ ਸਾਰੇ ਪਾਪ ਕੱਟ ਦਿੱਤੇ ਹਨ। ਨਾਮ ਜਪਿਓ ਹਰ ਨਾਮ ਰੰਗ, ਕਿਉਂਕਿ ਮੈਂ ਸੰਗਤ ਵਿੱਚ ਮਿਲ ਕੇ ਪ੍ਰਭੂ ਦਾ ਨਾਮ ਜੋ ਜਪਿਆ, ਜਿਸ ਕਰਕੇ ਹਰੀ ਪ੍ਰਭੂ ਦੇ ਨਾਮ ਦਾ ਪ੍ਰੇਮ ਆਨੰਦ ਮੈਨੂੰ ਆਇਆ ਹੈ। ਗੁਰ ਪ੍ਰਸਾਦ ਬਸੰਤ ਬਨਾ, ਗੁਰਾਂ ਦੀ ਕਿਰਪਾ ਕਰਕੇ ਮੇਰੇ ਮਨ ਅੰਦਰ ਬਸੰਤ ਆਨੰਦ ਬਣ ਰਿਹਾ ਹੈ। ਚਰਨ ਕਮਲ ਹਿਰਦੈ ਵਰਤਾਰੀ, ਗੁਰਾਂ ਦੇ ਚਰਨ ਕਮਲ ਮਨ ਦੇ ਵਿੱਚ ਧਾਰਨਾ ਕੀਤੇ ਹਨ। ਸਦਾ ਸਦਾ ਹਰ ਜਸ ਸੁਨਾਇ, ਅਤੇ ਸਾਧ ਸੰਗਤ ਵਿੱਚ ਮਿਲ ਕੇ ਹਮੇਸ਼ਾ ਹਮੇਸ਼ਾ ਹਰੀ ਪ੍ਰਭੂ ਦਾ ਜਸ ਸਰਵਣ ਕੀਤਾ ਹੈ। ਵਿਸ਼ਰਾਮ ਦੇ ਕਰ ਫਰਮਾਨ ਕਰਦੇ ਨੇ। ਸਮਰੱਥ ਸੁਆਮੀ ਕਾਰਣ ਕਰਣ, ਇਹ ਮਾਲਕ ਪ੍ਰਭੂ ਤੂੰ ਸਰਬ ਸ਼ਕਤੀਵਾਨ ਅਤੇ ਸਾਰੇ ਕਾਰਨਾਂ ਨੂੰ ਕਰਨ ਵਾਲਾ ਹੈ। ਮੋਹਿ ਅਨਾਥ ਪ੍ਰਭ ਤੇਰੀ ਸਰਣ, ਇਹ ਪ੍ਰਭੂ ਮੈਂ ਯਤੀਮ, ਮੈਂ ਗਰੀਬ ਤੇਰੀ ਓਟ ਵਿੱਚ ਪਿਆ ਹਾਂ। ਮੈਂ ਗਰੀਬ ਸੱਚ ਟੇਕ ਤੂੰ ਮੇਰੇ ਸਤਿਗੁਰ ਪੂਰੇ, ਦੇਖ ਤੁਮਾਰਾ ਦਰਸ਼ਨੋ ਮੇਰਾ ਮਨ ਧੀਰੇ। ਜੀ ਜੰਤ ਤੇਰੇ ਆਧਾਰ, हे ਪ੍ਰਭੂ ਸਾਰੇ ਸੁਖ ਮਸਤੂਲ ਜੀਆ ਜੰਤ ਤੇਰੇ ਹੀ ਆਸਰੇ ਹਨ। ਹਰ ਕਿਰਪਾ ਪ੍ਰਭ ਲੇਹਿ ਨਿਸਤਾਰ, हे ਪ੍ਰਭੂ ਤੂੰ ਆਪਣੀ ਮਿਹਰ ਕਰਕੇ ਮੈਨੂੰ ਸੰਸਾਰ ਸਮੁੰਦਰ ਤੋਂ ਤਾਰ ਲੈਣਾ ਕਰ। ਭਾਵ ਖੰਡਨ ਦੁਖ ਨਾਸ ਦੇਵ, ਇਹ ਜੰਮਣ ਮਰਨ ਦੇ ਭੈ ਨੂੰ ਕੱਟਣ ਵਾਲੇ ਅਤੇ ਦੁੱਖਾਂ ਨੂੰ ਨਾਸ਼ ਕਰਨ ਵਾਲੇ ਪ੍ਰਕਾਸ਼ ਰੂਪ ਪ੍ਰਭੂ। ਸੁਰ ਨਾਰ ਮਨ ਜਨ ਦਾ ਕੀ ਸੇਵਾ, ਦੇਵਤੇ ਮਨੁੱਖ ਮੰਨਣਸ਼ੀਲ ਮਹਾਤਮਾ ਜਨ ਸਾਰੇ ਤੇ ਸਾਹਿਬ ਜੀ ਦੀ ਸੇਵਾ ਟਹਿਲ ਵਿੱਚ ਲੱਗੇ ਹੋਏ ਹਨ। ਧਰਨ ਆਕਾਸ ਜਾ ਕੀ ਕਲਾ ਮਾਹੀ, ਧਰਤੀ ਅਤੇ ਆਕਾਸ਼ ਆਦਿ ਜੇ ਸਾਹਿਬ ਜੀ ਦੀ ਸ਼ਕਤੀ ਵਿੱਚ ਖਲੋਤੇ ਹਨ। ਤੇਰਾ ਦੀਆ ਸਭ ਜੰਤ ਖਾਏ, ਤੇਰਾ ਦਿੱਤਾ ਹੋਇਆ ਦਾਨ ਹੀ ਸਾਰੇ ਜੀਆ ਜੰਤ ਖਾਣਾ ਕਰਦੇ ਹਨ। ਇੱਕ ਦਾਤਾ, ਸਭ ਸੰਸਾਰ ਦਾ ਦਾਤਾ ਇੱਕ ਪਰਮਾਤਮਾ ਹੀ ਹੈ। ਅਮਰੀਕਾ ਵਾਲਿਆਂ ਨੂੰ ਡਾਲਰ ਵੀ ਉਹੀ ਦੇ ਰਿਹਾ, ਕੈਨੇਡੀਅਨ ਡਾਲਰ ਵੀ ਕੈਨੇਡਾ ਵਾਲਿਆਂ ਨੂੰ ਉਹੀ ਦਿੰਦਾ, ਇੰਗਲੈਂਡ ਵਾਲਿਆਂ ਨੂੰ ਪਾਉਂਡ ਵੀ ਉਹੀ ਦਿੰਦਾ। ਜੇ ਰੱਬ ਦੀ ਕਿਰਪਾ ਹੋਏ ਇੱਥੇ ਰੁਪਈਆਂ 'ਚ ਵੀ ਉਹ ਬਰਕਤ ਪਾ ਸਕਦਾ ਹੈ। ਪਰ ਸਾਡੀਆਂ ਨੀਤਾਂ ਬਦਨੀਤਾਂ ਨੇ। ਦੇਣ ਵਾਲਾ ਬੜਾ ਬੇਅੰਤ ਹੈ, ਅਸੀਂ ਉਹਦੀ ਰਿਸਪੈਕਟ ਨਹੀਂ ਕਰਦੇ, ਉਹਨੂੰ ਯਾਦ ਨਹੀਂ ਕਰਦੇ, ਉਹਦੇ ਪਰਉਪਕਾਰਾਂ ਨੂੰ ਉਹਦਾ ਧੰਨਵਾਦ ਨਹੀਂ ਕਰਦੇ। ਜੇ ਦਿੰਦਾ ਤੇ ਖੇਰ ਖਰਾਬ ਕਰੀ ਜਾਂਦੇ ਆ, ਅਮਾਨਤ 'ਚ ਖਿਆਨਤ ਪਾਉਂਦੇ ਆ, ਬੇਈਮਾਨੀਆਂ ਕਰਦੇ ਆ। ਫਿਰ ਮਹਾਰਾਜ ਕਹਿੰਦਾ ਵੀ ਜਾਓ ਭੁੱਖੇ ਮਰੋ। ਜਿਸ ਤਰ੍ਹਾਂ ਦੀ ਤੁਹਾਡੀ ਨੀਤ ਹੈ ਉਸ ਤਰ੍ਹਾਂ ਦਾ ਫਲ ਮਿਲ ਜਾਏਗਾ। ਜੋ ਨੀਤ ਬੰਦਾ ਸਾਫ਼ ਰੱਖੇ, ਮਹਾਰਾਜ ਕਹਿੰਦੇ ਵੀ ਮਿਲਦਿਆਂ ਢਿੱਲ ਨਾ ਹੋਵੇ। ਜੋ ਨਹੀਂ ਵੀ ਡਾਲਰਾਂ ਪਾਉਂਡਾਂ ਦੇ ਵਿੱਚ ਹੀ ਮੇਰੀ, ਰੁਪਈਆਂ ਦੇ ਵਿੱਚ ਵੀ ਮਹਾਰਾਜ ਬਰਕਤ ਪਾ ਦਿੰਦਾ। ਮਿਲਦਿਆਂ ਢਿੱਲ ਨਾ ਹੋਵੇ, ਰੁਪਈਏ ਮਿਲਦਿਆਂ ਅਮੀਰੀ ਮਿਲਦਿਆਂ ਢਿੱਲ ਨਹੀਂ ਹੋਊਗੀ ਜੇ ਨੀਅਤ ਰਾਸ ਕਰੇ, ਜੇ ਬੰਦੇ ਦੀ ਨੀਅਤ ਸੱਚੀ ਤੇ ਸੁੱਚੀ ਹੋਵੇ, ਆਪਦੇ ਧਰਮ ਦੀ ਕਿਰਤ ਕਰੇ, ਬਰਕਤਾਂ ਹੀ ਬਰਕਤਾਂ ਹਨ। ਅਮਰੀਕਾ ਦਾ ਆਪਣਾ ਉਹ ਜਿਹੜਾ ਜਾਪਾਨ ਦਾ ਵਿਗਿਆਨੀ ਕੋਲੰਬਸ ਇੰਡੀਆ ਲੱਭਣ ਤੁਰਿਆ ਸੀਗਾ। ਮੁਗਲੀਆ ਹਕੂਮਤ ਵੀ ਇਹਨੂੰ ਸੋਨੇ ਦੀ ਚਿੜੀਆ ਕਰਕੇ ਇੱਥੇ ਆਏ ਸਨ, ਹਮਲਾਵਰ ਹੋ ਗਏ। ਉਹਨੇ ਲੱਭ ਅਮਰੀਕਾ ਲਿਆ
तो इस तरीके दे नाल इंडिया नहीं भी कोई माड़ा, साढ़े बंदियां ने खुद आपदे हथें इनू माड़ा बनाया होया। कोई भी चीज़ इन्हें छड्डी नहीं, सब बेच वट के खाई जा रहे हैं। जे यही हाल रहा तो फिर सानू भी किराए पर ही जाना पऊगा। तो इस वास्ते आपका मन साफ सुथरा रखना चाहिए, रब नूं पाउण लई भी ते माया दे विच बरकत पाउण वास्ते भी। वो परमात्मा एक दाता, सब दुनिया का दाता वो इको ही है। एक दाता सब जगत भिखारी आ, सारा जगत उसके दर दा भिखारी है। हर जाचा है सब मंगना, सारे उस वाहिगुरू के कोलों ही आपदियां डिमांडां पूरियां करते, मंगा मंगते हैं। सानू भी चाहिए कि उस वाहिगुरू के कोलों ही मंगते बन के महाराज के नाम की, ज्ञान की, धर्म की, सिखी की दात मंगना करिए। अंतरजामी प्रभ दयाल, हे प्रभु तू अंदर दी जानन वाला अति दया दा घर है। अपने दास का नदर निहाल, तू अपने दास सेवकां नूं मेहर दी नजर दृष्टि नाल देखना कर जी। कृपा मोहि देहो दान, हे प्रभु तू अपनी कृपा मेहर करके मैनू ये दान देना कर। जेड़ा दान जाचक जान जाचै प्रभ दान, कर कृपा देवो हर नाम। आपदे नाम का दान देना कर जी। करता तू मेरा जजमान, एक दखना हूँ तै पै मांगो, देह अपना नाम। अपने दास का नदर निहाल। हे महाराज सच्चे पातशाह जीओ, अंतरजामी प्रभ दयाल, तू साडे अंदर दी जानन वाला है अते दया दा घर है। अपने दास का नदर निहाल, अपने दासां नूं अपने सेवकां नूं मेहर दी दृष्टि नाल वेखना कर जी। मेहर दी दृष्टि नाल देख के, जिवें कोई राजा महाराजा किसी वाल निगाह भर के वेखदा, जिहदे वाल ध्यान हो जाता उन्होंने फिर वो दान दिंदा है। जिवें महाराजा रंजीत सो बड़ा गरीबां च वंडदा हुंदा सीगा कि महाराज सो ममी तेरे दर दा मंगता गरीब हां, कृपा मोहि देहो दान। कृपा करके मैनू दान देना कर। जेड़ा दान दे जप जीवै नानक तेरो नाम। सतगुरु साहब जी कथन करते हैं कि असी तेरा नाम जप के ही जीवना करिए। बसंत महला पंजवा। बसंत राग विच पंजवीं पातशाह सतगुरु अर्जन देव साहब जी अगला शब्द उचार रहे हैं। राम रंग सब गए पाप। हे भाई परमात्मा दी रंग प्रेम विच लगन करके सारे पाप मंद कर्म निवृत्त हो गए ने, निवृत्त हो जाते हैं। साच कहो सुन लेहो सब है, जिन प्रेम कियो तिन ही प्रभ पायो। राम जपत कछ नहीं संताप। राम परमात्मा दा नाम जपदियां कुछ भी संताप दुख नहीं लगता है। गोबिंद जपत सब मिटे अंधेरा। हे भाई गोबिंद परमात्मा का नाम जपदियां सारे परमात्म के हनेरे मिट जाते हैं। जपदियां सारे मिट जाते हैं। इन्हें भी अज जपांगे तो कल मिटणगे या अगले जन्म च मिटणगे। तुसीं स्विच ऑन करते हो तो बल्ब उस वक्त ही चानण दिंदा है। लाइट जगाओगे तो चानण उस वक्त होगा। इन्हें भी लाइट अज जगाओ तो चानण कल होगा। जे सूरज अज चढ़िया तो चानण भी अज ही होगा। इं गुरबाणी इस जग में चानण। जिस घर च गुरबाणी पढ़ी जाऊगी, श्री जपजी साहब, श्री सुखमनी साहब, उत्थे कले कलेश अज्ञान का हनेरा दूर होगा।
ਤੇ ਜਿੱਥੇ ਹਿਰਦੇ ਵਿੱਚ ਪੜੀ ਜਾਊਗੀ ਉਸ ਹਿਰਦੇ ਵਿੱਚ ਅਗਿਆਨ ਦਾ ਪਰਮ ਦਾ ਹਨੇਰਾ ਦੂਰ ਹੋਊਗਾ। ਆਪਾਂ ਟੱਕਰਾਂ ਕਿਉਂ ਮਾਰਦੇ ਬਣਾ ਬਾਬਿਆਂ ਦੇ ਗੋਡਿਆਂ ਨੂੰ? ਅੰਨੇ ਬੰਦੇ ਨਾਲ ਮਾਫ ਕਰਨਾ। ਅੰਮ੍ਰਿਤ ਤਾਂ ਛਕ ਲੈਂਦੇ ਆ, ਸਰੂਪ ਦਾ ਸਿੱਖੀ ਵਾਲਾ ਗਾਤਰਾ ਪਾਇਆ ਹੁੰਦਾ, ਪਰ ਜੇ ਜਪਜੀ ਸਾਹਿਬ ਦਾ ਪਾਠ ਨਹੀਂ ਕਰਨਾ ਦੱਸੋ ਅੰਮ੍ਰਿਤ ਦਾ ਕੀ ਫਾਇਦਾ ਹੋਇਆ? ਮੈਨੂੰ ਮਾਫ ਕਰ ਦਿਓ। ਅੰਮ੍ਰਿਤ ਤਾਂ ਇਹੀ ਕਹਿੰਦਾ ਨਾ ਵੀ ਤੁਸੀਂ ਵਾਹਿਗੁਰੂ ਵਾਹਿਗੁਰੂ ਕਰੋ ਜਾਂ ਮੂਲ ਮੰਤਰ ਦਾ ਪਾਠ। ਅੱਜ ਤੋਂ ਤੁਹਾਡੇ ਗੁਰੂ ਗ੍ਰੰਥ ਸਾਹਿਬ ਹੋ ਗਏ। ਗੁਰੂ ਗ੍ਰੰਥ ਸਾਹਿਬ ਤਾਂ ਕਦੀ ਵੇਖਿਆ ਹੀ ਨਹੀਂ। ਮਹਾਰਾਜ ਦੇ ਵਿੱਚ ਹੈ ਲਿਖਿਆ ਕਿ ਬਾਬਿਆਂ ਦੇ ਡੇਰਿਆਂ ਦੇ ਜਾ ਕੇ ਟੱਕਰਾਂ ਮਾਰਦੇ ਆ। ਕਿਹਨੂੰ ਮਰਜ਼ੀ ਪੁੱਛ ਕੇ ਵੇਖ ਲਓ ਜਿਹੜਾ ਤੁਹਾਨੂੰ ਜਾਪੇ ਇਹ ਬੰਦਾ ਹੈ ਤਾਂ ਸਹੀ, ਤੇ ਪਰ ਇਹ ਦੂਜੇ ਪਾਸੇ ਕੋ ਚਲਾ ਗਿਆ। ਉਹਨੂੰ ਪੁੱਛੋ ਕਿ ਕਦੀ ਜਪਜੀ ਸਾਹਿਬ ਦਾ ਪਾਠ ਕੀਤਾ? ਨਹੀਂ। ਬੰਦਾ ਉਹੀ ਗੁਰਦੁਆਰੇ ਤੋਂ ਭੱਜਦਾ ਜਿਹੜਾ ਬਾਣੀ ਨਹੀਂ ਪੜ੍ਹਦਾ, ਨਾਮ ਨਹੀਂ ਜਪਦਾ। ਆਪਾਂ ਸੋਚਦੇ ਹਾਂ ਵੀ ਰੈਡੀਮੇਡ ਕੀਤਾ ਕਰਾਇਆ ਬਾਬੇ ਦੇ ਦੇਣ, ਧੂਪ ਦਿਖਾਈਏ ਘਰ ਦੇ ਵਿੱਚ ਤੇ ਧੂਪ ਵੀ ਸਾਡਾ ਕੰਮ ਸਵਾਰ ਦੇ। ਬਾਬਾ ਜੀ ਧੂਪ ਦਿਓ ਜੀ। ਜੇ ਜਪਜੀ ਸਾਹਿਬ ਦਾ ਪਾਠ ਨਹੀਂ ਕੀਤਾ ਕਹਿੰਦੀ ਧੂਪ ਕੀ ਆਖੂਗੀ ਗੁਰਮੁਖੋ? ਮੈਨੂੰ ਮਾਫ ਕਰੀ ਜਾਣਾ ਨਾਲੋਂ ਨਾਲ। ਬਾਬਾ ਜੀ ਜਲ ਦਿਓ ਜੀ। ਉਹ ਜਿਹਾ ਬਾਬਾ ਉਂਗਲ ਜੀ ਘੁਮਾ ਕੇ ਮੰਤਰ ਜਿਹਾ ਪੜ੍ਹ ਕੇ ਪਤਾ ਨਹੀਂ ਕੀ ਪੜ੍ਹਦਾ। ਸਾਨੂੰ ਤਾਂ ਅੱਜ ਤੱਕ ਕਿਸੇ ਸਿਖਾਇਆ ਹੀ ਨਹੀਂ। ਮੈਂ ਕਈ ਵਾਰ ਸੋਚਦਾ ਵੀ ਸਾਨੂੰ ਵੀ ਕੋਈ ਮੰਤਰ ਜੰਤਰ ਆਉਂਦਾ ਹੁੰਦਾ ਤੇ ਸਾਡੇ ਬਾਰੇ ਨਿਆਰੇ ਹੁੰਦੇ। ਨਾ ਅੱਜ ਤੱਕ ਸਾਨੂੰ ਕਿਸੇ ਸਿਖਾਇਆ ਤੇ ਨਾ ਕਦੇ ਪੜ੍ਹਿਆ। ਸੋਚੀਦਾ ਬਥੇਰਾ ਵੀ ਇਹ ਪੜ੍ਹਦੇ ਕੀ ਨੇ। ਨਾ ਕੋਈ ਅੰਮ੍ਰਿਤ ਛਕਿਆ ਹੁੰਦਾ, ਨਾ ਦਾੜੀ, ਨਾ ਮੁੱਛ, ਨਾ ਗੱਲ, ਨਾ ਬਾਤ। ਮਾੜਾ ਜਿਹਾ ਉਹ ਫੜ ਕੇ ਤੇ ਉਹ ਕੰਮ ਝਾਟੀ ਸਵਾਰ ਦਿੰਦੇ। ਬਾਬਾ ਜੀ ਪੀੜਾ ਦਿਓ ਜੀ, ਮੱਝ ਨਹੀਂ ਮਿਲਦੀ ਜੀ। ਇਹ ਨਹੀਂ ਨਕੰਮਾ ਆਖਦਾ ਵੀ ਅੰਮ੍ਰਿਤ ਛਕੋ, ਗੁਰੂ ਘਰ ਜਾਓ ਭਾਈ, ਕੋਈ ਪਾਠ ਪੂਜਾ ਕਰੋ, ਤਵੀਰ ਜਿਹਾ ਬਣਾ ਕੇ ਦੇ ਦੇਣਾ। ਆਖਣਾ ਵੀ ਨਿਆਣੇ ਦੀ ਗੱਲ 'ਚ ਪਾ ਦੋ, ਰੋਣੋਂ ਹਟ ਜੂਗਾ। ਇਹ ਨਹੀਂ ਕਹਿਣਾ ਵੀ ਬੀਬੀ ਰਾਤ ਨੂੰ ਕੀਰਤਨ ਸਵੇਲਾ ਸੁਣਾਈ ਜਾਂ ਉਹਦੇ ਕੰਨ 'ਚ ਵਾਹਿਗੁਰੂ ਵਾਹਿਗੁਰੂ ਕਰੀ। ਬਿਲਕੁਲ ਨਹੀਂ। ਸੋ ਇਸ ਵਾਸਤੇ ਜੇ ਖੁਦ ਆਪਾਂ ਮਹਾਰਾਜ ਦਾ ਨਾਮ ਜਪੀਏ, ਪਾਠ ਪੂਜਾ ਕਰੀਏ, ਕਿੰਨੀ ਚੜ੍ਹਦੀ ਕਲਾ ਹੋਵੇ। ਕਹਿੰਦੇ ਰਾਮ ਜਪਤ ਕਛ ਨਹੀਂ ਸੰਤਾਪ। ਦੁੱਖ ਬੰਦੇ ਨੂੰ ਉਸ ਨੂੰ ਲੱਗਦੇ ਨੇ ਜਿਹੜਾ ਨਾਮ ਨਹੀਂ ਜਪਦਾ। ਜੀਵ ਤਪਤ ਹੈ ਬਾਰੋ ਬਾਰ, ਤਪ ਤਪ ਖਪੈ ਬਹੁਤ ਬੇਕਾਰ। ਜੈ ਤਨ ਬਾਣੀ ਵਿਸਰ ਜਾਏ, ਜਿਉ ਪੱਖਾ ਰੋਗੀ ਬਜਾਏ। ਰਾਮ ਜਪਣ ਵਾਲੇ ਦੇ ਕੁਛ ਵੀ ਸੰਤਾਪ, ਕੋਈ ਵੀ ਦੁੱਖ ਨਹੀਂ ਰਹਿੰਦੇ, ਸਭ ਉਤਰ ਜਾਂਦੇ ਨੇ। ਹਰ ਗੋਬਿੰਦ ਜਪਤ ਸਰ ਮਿਟ ਜਾਂਦੇ ਹੈ। ਮਹਾਰਾਜ ਦਾ ਨਾਮ ਜਪਦੇ ਆ ਸਾਰੇ ਹਨੇਰੇ, ਸਾਰੇ ਭਰਮ, ਸਾਰੇ ਸੋ ਕਲੇ ਕਲੇਸ਼ ਖਤਮ ਹੋ ਜਾਂਦੇ ਹਨ। ਹਰ ਹਿਰਦੇ ਵਿੱਚ ਗਿਆਨ ਦਾ ਚਾਨਣ ਹੋ ਜਾਂਦਾ ਹੈ। ਹਰ ਸਿਮਰਤ ਕਛ ਨਾਹੀ ਪੀਰ। ਹਰੀ ਪਰਮਾਤਮਾ ਦਾ ਸਿਮਰਨ ਕਰਨ ਨਾਲ ਮੁੜ ਕੇ 84 ਲੱਖ ਜੂਨਾਂ ਦੇ ਵਿੱਚ ਫੇਰਾ ਨਹੀਂ ਪੈਂਦਾ। ਸੋ 84 ਲੱਖ ਜੂਨਾਂ ਦਾ ਫੇਰਾ ਵੀ ਮੁੱਕ ਜਾਂਦਾ ਹੈ। ਬਸੰਤ ਹਮਾਰਾ ਰਾਮ ਰੰਗ। ਇਹ ਭਾਈ ਰਾਮ ਪਰਮਾਤਮਾ ਦਾ ਪ੍ਰੇਮੀ ਸਾਡੇ ਲਈ ਸਦਾ ਬਸੰਤ ਦਾ ਮਹੀਨਾ ਚੜਿਆ ਹੋਇਆ ਹੈ। ਜਾਂ ਪ੍ਰੇਮ ਕਰਕੇ ਪਸੰਦ ਆਨੰਦ ਬਣ ਰਿਹਾ ਹੈ। ਸੰਤ ਜਨਾਂ ਸਿਓ ਸਦਾ ਸੰਗ। ਸ਼ਾਂਤ ਚਿਤ ਮਹਾਤਮਾ ਜਨਾਂ ਦੇ ਨਾਲ ਸਾਡਾ ਹਮੇਸ਼ਾ ਸਾਥ ਬਣ ਰਿਹਾ ਹੈ। ਭਾਵ ਸੰਤ ਜਨਾਂ ਦੀ ਸੰਗਤ ਵਿੱਚ ਅਸੀਂ ਮਿਲੇ ਹੋਏ ਹਾਂ। ਵਿਸ਼ਰਾਮ ਦੇ ਕਰ ਫਰਮਾਨ ਕਰਦੇ ਨੇ। ਸੰਤ ਜਨੀ ਕੀਆ ਉਪਦੇਸ਼। ਆ ਛੋਟਾ ਜਿਹਾ ਪਰਸ ਕਿਸੇ ਬੁਰੜੀ ਮਾਈ ਦਾ ਜਾਪਦਾ। ਮਾਤਾ ਆਪੋ ਆਪਣੇ ਪੈਸੇ ਦੇ ਪਰਸ ਚੈੱਕ ਕਰੋ। ਸਟੇਜ ਤੇ ਕੋਈ ਰੱਖ ਕੇ ਗਿਆ, ਮੱਥਾ ਟੇਕਣ ਲੱਗਿਆ, ਕਿਸੇ ਦਾ ਰਹਿ ਗਿਆ, ਜਿਹਦਾ ਵੀ ਹੋਵੇ ਉਹ ਇੱਥੋਂ ਲੈ ਜਾਏ ਜੀ। ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ। ਸੰਤ ਹਮਾਰੇ ਰਾਮ ਰੰਗ। ਇਹ ਭਾਈ ਰਾਮ ਪਰਮਾਤਮਾ ਦਾ ਪ੍ਰੇਮ ਹੀ ਸਾਡੇ ਲਈ ਬਸੰਤ ਦਾ ਮਹੀਨਾ ਚੜਿਆ, ਆਨੰਦ ਬਣ ਰਿਹਾ ਹੈ। ਸੰਤ ਜਨਾਂ ਸਿਓ ਸਦਾ ਸੰਗ। ਸ਼ਾਂਤ ਚਿਤ ਮਹਾਤਮਾ ਜਨਾਂ ਦੇ ਨਾਲ ਸਾਡਾ ਹਮੇਸ਼ਾ ਸਾਥ ਬਣ ਰਿਹਾ। ਭਾਵ ਸੰਤ ਜਨਾਂ ਦੀ ਸੰਗਤ 'ਚ ਅਸੀਂ ਮਿਲੇ ਹੋਏ ਹਾਂ। ਵਿਸ਼ਰਾਮ ਦੇ ਕਰ ਫਰਮਾਨ ਕਰਦੇ ਨੇ। ਸੰਤ ਜਨੀ ਕੀਆ ਉਪਦੇਸ਼।
ਮਹਾਨ ਚੇਤ ਮਹਾਤਮਾ ਜਨਾਂ ਨੇ ਇਹ ਉਪਦੇਸ਼ ਦੇਣਾ ਕੀਤਾ ਹੈ ਕਿ ਜੈ ਗੋਬਿੰਦ ਭਗਤ ਸੋ ਧਨ ਦੇਸ। ਜਿੱਥੇ ਵੀ ਪਰਮਾਤਮਾ ਦੇ ਸੇਵਕ ਵਸਦੇ ਨੇ ਉਹ ਪ੍ਰਤੱਖ ਦੇਸ਼ ਧਨ ਦਾ ਯੋਗ ਹੈ, ਜਾਂ ਹਿਰਦਾ ਰੂਪ ਦੇਸ਼ ਵੀ ਧਨ ਦਾ ਯੋਗ ਹੈ। ਭਗਤ ਹੀ ਗਿਆਨ ਥਾਨ। ਜੋ ਹਰੀ ਪਰਮਾਤਮਾ ਦੀ ਭਗਤੀ ਤੋਂ ਰਹਿਤ ਨੇ ਉਹਨਾਂ ਦਾ ਹਿਰਦਾ ਰੂਪ ਸਥਾਨ ਜਾਂ ਜਿਹੜਾ ਪ੍ਰਤੱਖ ਸਥਾਨ ਜਿੱਥੇ ਉਹ ਰਹਿ ਰਹੇ ਨੇ ਉਹ ਉਜਾੜ ਦੀ ਤਰ੍ਹਾਂ ਹੈ। ਕਬੀਰ ਜਾ ਘਰ ਸਾਧ ਨਾ ਸੇਵੀਐ, ਹਰ ਕੀ ਸੇਵਾ ਨਾਹੀ ਤੇ ਘਰ ਮਰ ਹਟ ਸਾਰਖੇ, ਭੂਤ ਬਸੈ ਤਿਨ ਮਾਹੀ। ਕਬੀਰ ਜੀ ਕਥਨ ਕਰਦੇ ਨੇ, ਮੜੀਆਂ ਤੁਸੀਂ ਵੇਖੀਆਂ ਹੀ ਹੋਣਗੀਆਂ, ਰਾਤ ਨੂੰ ਤਾਂ ਕੀ ਕੋਈ ਦਿਨੇ ਵੀ ਉੱਥੇ ਜਾਣਾ ਪਸੰਦ ਨਹੀਂ ਕਰਦਾ। ਕਹਿੰਦੇ ਜਿਸ ਘਰ 'ਚ ਸੰਤਾਂ ਦੀ ਸੇਵਾ ਨਹੀਂ ਹੁੰਦੀ, ਹਰੀ ਦੀ ਸੇਵਾ ਨਹੀਂ ਹੈ, ਉਹ ਮੜੀਆਂ ਮਸਾਣਾਂ ਦੀ ਤਰ੍ਹਾਂ ਹਨ, ਔਰ ਉਹਨਾਂ ਵਿੱਚ ਰਹਿਣ ਵਾਲੇ ਭੂਤ ਨੇ ਵਸ ਰਹੇ ਨੇ, ਕਿਉਂਕਿ ਨਾਮ ਨਹੀਂ ਜਪਦੇ, ਨਹਾਉਂਦੇ ਨਹੀਂ, ਨਾ ਇਸ਼ਨਾਨ ਪਾਨ, ਨਾ ਸਾਫ ਸਫਾਈ, ਨਾ ਨਾਮ ਬਾਣੀ ਦਾ ਨਿਤਨੇਮ, ਨਾ ਕੋਈ ਸੇਵਾ, ਸਾਧੂ ਸੰਤ ਅਭਿਆਗਤ ਦੀ ਕੋਈ ਸੇਵਾ ਨਹੀਂ ਹੈ, ਕੋਈ ਭਰੋਸਾ ਹੁੰਦਾ ਨਹੀਂ, ਕਿਸੇ ਨੂੰ ਲਾਭ ਨਹੀਂ ਹੈ। ਉਹ ਕੋਈ ਗ੍ਰਸਤੀ ਦਾ ਘਰ ਤੋੜੋ ਤਾਂ ਮੜੀਆਂ ਦੀ ਤਰ੍ਹਾਂ। ਕੱਲ ਮੈਂ ਪ੍ਰੇਤ, ਕਲਯੁਗ ਵਿੱਚ ਉਹ ਪ੍ਰੇਤ ਨੇ ਜਿਹਨੀ ਰਾਮ ਨਾਮ ਪਛਾਤਾ, ਜਿਨ੍ਹਾਂ ਨੇ ਰਾਮ ਨੂੰ ਪਹਿਚਾਣਿਆ ਨਹੀਂ। ਸਤਿਯੁਗ ਪਰਮਹੰਸ ਵਿਚਾਰੀ, ਸਤਿਯੁਗ ਦੇ ਵਿੱਚ ਪਰਮਹੰਸ ਵਿਚਾਰੇ ਜਾਂਦੇ ਸੀਗੇ, ਮਤਲਬ ਉਹਨਾਂ ਦੀ ਅਵਸਥਾ ਨਾਮ ਜਪ ਕੇ ਪਰਮਹੰਸਾਂ ਵਾਲੀ ਹੋ ਜਾਂਦੀ ਸੀ। ਦੁਆਪਰ ਤ੍ਰੇਤਾ ਮਾਨਸ ਵਰਤੈ, ਤ੍ਰੇਤੇ ਦੁਆਪਰ 'ਚ ਬੰਦੇ ਸੀਗੇ, ਦਾਨ ਪੁੰਨ ਤਾਂ ਕਰਦੇ ਹੀ ਸਨ, ਧਰਮ ਦੇ ਮੁਤਾਬਕ ਮਰਿਆਦਾ 'ਚ ਤਾਂ ਰਹਿੰਦੇ ਹੀ ਸੀਗੇ। ਕੱਲ ਮੈਂ ਪ੍ਰੇਤ ਜਿਨੀ ਰਾਮ ਨਾ ਪਛਾਤਾ, ਕਲਯੁਗ ਤੇ ਤਾਂ ਨਿਰੇ ਹੀ ਪ੍ਰੇਤ ਨੇ ਜਿਹੜੇ ਨਾਮ ਨਹੀਂ ਜਪਦੇ, ਰਾਮ ਨੂੰ ਪਹਿਚਾਣਦੇ ਨਹੀਂ। ਸਤਿਯੁਗ ਪਰਮਹੰਸ ਵਿਚਾਰੀ, ਦੁਆਪਰ ਤ੍ਰੇਤਾ ਮਾਨਸ ਵਰਤੈ, ਵਿਰਲੇ ਹੋ ਮੈਂ ਵਾਰੀ। ਇੰਜ ਹਰੀ ਦੀ ਭਗਤੀ ਤੋਂ ਬਗੈਰ ਜਿਹੜੇ ਪ੍ਰਤੱਖ ਸਥਾਨ ਨੇ ਉਹ ਉਜਾੜ ਦੀ ਤਰ੍ਹਾਂ ਹਨ, ਬੀਆ ਬਾਣ ਦੀ ਤਰ੍ਹਾਂ ਨੇ, ਖਾਲੀ ਜਗ੍ਹਾ ਦੀ ਤਰ੍ਹਾਂ ਹਨ। ਤੇ ਜਿੱਥੇ ਭਗਤ ਬੈਠਦੇ ਨੇ, ਨਾਮ ਜਪਦੇ ਨੇ, ਜਿੱਥੇ ਬੈਸਣ ਸਾਧ ਜਨ ਸੋ ਥਾਨ ਸੁਹੰਦਾ, ਉਹ ਸਥਾਨ ਭਾਵੇਂ ਉਜਾੜ ਵੀ ਹੋਵੇ, ਉਜੜ ਤੇ ਹੋ ਵਸਾਇਓ, ਉਹ ਵੀ ਵਸ ਜਾਂਦਾ। ਘਰ ਮੰਦਰ ਹਟ ਨਾਲੇ ਸੋਹੇ, ਜਿਸ ਵਿੱਚ ਨਾਮ ਨਿਵਾਸੀ ਰਾਮ, ਜਿੱਥੇ ਸੰਤ ਭਗਤ ਅਵਨਾਸੀ ਦੇ ਗੁਣ ਗਾਉਂਦੇ ਨੇ, ਨਾਮ ਦਾ ਨਿਵਾਸ ਹੈ, ਉਹ ਸਾਰੇ ਘਰ ਮੰਦਰ ਹਟ ਨਾਲੇ ਸੋਭਨੀਕ ਹਨ। ਤੇ ਮਹਾਰਾਜ ਕਹਿੰਦੇ ਨੇ ਕਿ ਜਿੱਥੇ ਬੈਸਨ ਸਾਧ ਜਨ ਸੋ ਥਾਨ ਸੁਹੰਦਾ, ਕੋਈ ਸੇਵਨ ਸਮਰਿਥ ਆਪਣਾ ਬਿਨ ਸਹਿ ਸਭ ਮੰਦਾ। ਕਿਉਂਕਿ ਉਹ ਵਾਹਿਗੁਰੂ ਦਾ ਸਿਮਰਨ ਜੋ ਕਰਦੇ, ਸਭ ਮੰਦਾ ਪਾਪ ਆਦਿਕ ਨਾਸ਼ ਹੋ ਜਾਂਦਾ। ਜਿੱਥੇ ਨਾਮ ਜਪੀਐ ਪ੍ਰਭ ਪਿਆਰੇ, ਸੇ ਅਸਤਿਰ ਸੋਇਨ ਚੋਬਾਰੇ। ਜਿੱਥੇ ਨਾਮ ਨਾ ਜਪੀਐ ਮੇਰੇ ਗੋਇੰਦਾ, ਸੇਈ ਨਗਰ ਉਜਾੜੀ ਜੀਓ। ਇਹ ਮੇਰੇ ਪਿਆਰੇ, ਜਿੱਥੇ ਪਿਆਰੇ ਵਾਹਿਗੁਰੂ ਦਾ ਨਾਮ ਜਪਿਆ ਜਾਂਦਾ, ਉਹ ਉਜਾੜ ਵੀ ਥੇ ਵੀ ਵਸਦੇ ਰਸਦੇ ਘਰਾਂ ਦੀ ਤਰ੍ਹਾਂ ਹਨ। ਤੇ ਜਿੱਥੇ ਨਾਮ ਨਹੀਂ ਜਪਿਆ ਜਾਂਦਾ, ਸਾਧੂ ਸੰਤਾਂ ਦੀ ਸੇਵਾ ਨਹੀਂ ਹੁੰਦੀ, ਉਹ ਵਸਦੇ ਵੀ ਉਜਾੜ ਦੀ ਤਰ੍ਹਾਂ। ਪਾਵਨ ਸ੍ਰੀ ਲਹਿਣਾ ਜੀ, ਜਿਨ੍ਹਾਂ ਦੇ ਪਿਤਾ ਜੀ ਦਾ ਨਾਮ ਬਾਬਾ ਫੇਰੂ ਮਲ, ਉਹਨਾਂ ਨੂੰ ਉੱਥੋਂ ਦੇ ਰਾਜੇ ਨੇ ਮੁਨੀਮੀ ਕਰਦੇ ਸੀ ਹਿਸਾਬ ਕਿਤਾਬ ਵਾਲੇ। ਕਿਤੇ ਹਿਸਾਬ ਕਿਤਾਬ 'ਚ ਭੁਲੇਖਾ ਲੱਗਾ ਰਾਜੇ ਨੂੰ ਹੀ, ਤੇ ਭੁਲੇਖੇ ਨਾਲ ਫੜ ਕੇ ਉਹਨਾਂ ਨੂੰ ਜੇਲ੍ਹ 'ਚ ਪਾਤਾ। ਗੁਰੂ ਸਾਹਿਬ ਜੀ ਬੜੇ ਤਰਲੇ ਮਾਰੇ, ਰਾਜਾ ਕਿੱਥੇ ਆਖੇ ਲੱਗੇ। ਤੇ ਮਨ ਨੇ ਸੋਚਿਆ ਵੀ ਆਪ ਜੀ ਧੀ ਦੇ ਆਖੇ ਤੋਂ ਇਹ ਟਲਦਾ ਨਹੀਂ, ਇਹ ਉਹਦੇ ਕਹਿਣੇ ਵਿੱਚ ਹੈ, ਉਹਦਾ ਆਖਾ ਨਹੀਂ ਮੋੜੂਗਾ। ਤੇ ਗੁਰੂ ਸਾਹਿਬ ਜੀ ਉਹਨੂੰ ਭੂਆ ਜੀ ਕਹਿੰਦੇ ਸੀ। ਬਾਬੇ ਫੇਰੂ ਮਲ ਨੂੰ ਨੇ ਭਰਾ ਬਣਾਇਆ ਹੋਇਆ ਸੀ, ਉਹ ਵਿਆਹੀ ਸੀ ਖਹਿਰਿਆਂ ਦੀ ਖਡੂਰ, ਜਿਹਦਾ ਨਾਂ ਸੀ ਮਾਤਾ ਭਰਾਈ। 7 ਭਰਾਵਾਂ ਦੀ ਇੱਕ ਭੈਣ ਹੋਣ ਕਰਕੇ ਭਰਾਈ ਨਾਮ ਸੀਗਾ। ਆਪਦੇ ਭਰਾਵਾਂ ਨੂੰ ਤਾਂ ਭਰਾ ਮੰਨਦੀ, ਬਾਬੇ ਫੇਰੂ ਮਲ ਨੂੰ ਵੀ ਉਹਨੇ ਭਰਾ ਬਣਾਇਆ ਸੀ।
तो बाबे फेरूमल की सगी भैन कोई अपनी नहीं कोई सी, तो उन्होंने भैन समझते फिर गुरु अंगद देव जी उन्होंने भूआ जी कह लग पे। खडूर साहब आए, आख्या भूआ जी तेरे भरा तेरे प्यो ने जेल च पाता, कसूर कोई नहीं। कहते वीरा चल इतने एक बाबा जी आए हुए ने गुरु साहब श्री गुरु नानक देव महाराज, चल मैं तेन उन्होंने पैरी पानी तो उन्होंने को अरदास कर। गुरुद्वारा तपियाणा साहब महाराज का पावन स्थान है जिथे गुरु जी ने चौंकड़ा मारिया बाली मर्दाने समेत। जाके गुरु अंगद देव साहब ने पैर फड़े, आख्या पुरखा जी आया ने हाल होया, दस की चाहता। कहते जी मेरे प्यो को जेल च पाया होया ते लेखे च कोई घाटा वाधा हो गया। मारे कहते पुरखा तू नहीं किसी का लेखा देना, तेरा लेखा रब के घरों मुक्या होया है, तू क्यों फिक्र करता। तू जाके उन्होंने कहा हिसाब किताब करो दोबार तो, तेरा पिता जेल चों आ जाऊगा पर जिन्हें ये काम किया वो जड़ जाएंगे। महाराज ने हिसाब किताब किया, उत्थे मुनीम बिठाए दूसरे, तो बाद इज्जत बाबे फेरूमल नूं बरी किया गया। मुड़के उन्हें बड़े तरले मारे, बाबा जी कहते नहीं हुण नहीं नौकरी करनी, जिस काम च यही खदशा है भी घाटा ना पै जाए या कुछ हो ना जाए। मारे आपका डेरा डंडा चुकया, पिंड ही छड्डता, कहते आप इत्थे रहना ही नहीं। उस तो बाद बलोच आए, मुसलमानों ने वो पिंड ही उजाड़ता। ਉਹਦਾ नाम है मत्ते दी सरा या नांगे दी सरा। जो आप जाइए इधरों मोगे तो मुक्तसर साहब नूं रस्ते च बाघा पुराना आउंदा, फिर कोटकपुरा आउंदा, फिर GTB साडा कालज उत्थे लागे सीगा। ते उतों अगले पासे मुक्तसर तो थोड़ी ही दूर है मत्ते दी सरा नांगे दी सरा। साध संगत जीओ वो महाराज सच्चे पातशाह जी ने जब छड्डिया, उत्थे गुरुद्वारा साहब हुण सड़क के उपर बनया होया है, सड़क तो दिखता है। महाराज के छड्डण तो गुरु साहब की बेदबी होने तो उजड़ गया, तो गुरु साहब जी संगत पिंड आ गए। संगत तो फिर खडूर साहब विखे निवास किया। इंज सो गुरु घर की ते महाराज की संतां महापुरखों की हमेशा चढ़ती कला है। जिहड़ा भाई हेमा जी है उहदी झोंपड़ी बारे भी साखी प्रसिद्ध है कि उहदे विच श्री गुरु अर्जन देव जी ने चरण पाए सीगे। बस्ता टूटी झोंपड़ी चीर सब छिन्ना वाला शब्द उचारिया। ये जिहड़ी जयसरी दी वार दी पौड़ी, फिर घर मंदिर हट नाले सोहे, ये भी जिथे नाम जपी है प्रभ प्यारे, ये भी शब्द उचारिया। तो जिन्हां पठाणा ने गुरु साहब जी नूं मींह हनेरी विच उस नगर की भी जगह नहीं सी दिती, उत्थे कुछ भी नहीं है। ते हेमे भाई साहब की झोंपड़ी के उपर सोने के कलश लगे हुए हैं, इन्नी चढ़ती कला। श्री गुरु नानक देव महाराज जी का पावन अवतार दिहाड़ा आपने मनाया, शायद तुहानूं नाम पता होवे। जिवें चंडीगढ़ शहर के विच दूरों दूरों लोग आके बसे नौकरियां के अकॉर्डिंग, इउं बाबे कालू का जिहड़ा असली पिंड है वो साडे उत्थे माझे च सरियाली के सामने चोला साहब है। सरियाली बिल्कुल सड़क के उपर है। जब हरीके नूं जाइए तरन ताਰਨ तो अमृतसर तो बठिंडा रोड हुण तां हाईवे बनया होया, सरियाली के ओपोजिट साइड चोला साहब पिंड है। चोले साहब तो 6 मील की दूरी ते डेरा साहब है, गुरुद्वारा डेरा साहब। किते हुण गए दर्शन करके आयो। 6वें पातशाह भी उत्थे गए ने, 5वें पातशाह चोला साहब गए। यो नानक कीनो चोला सरपंचनी ने चोरी कुट के दी थी, मां ने आखा बड़ा सोहना चोला बनाया, वो भैणी तो बदल के चोला बनाता महाराज ने। जिहड़ा गुरुद्वारा डेरा साहब है ये उथानका है। ये नज़दीक एक पट्ठेविंड पिंड सी, पट्ठेविंड तुहानूं पता भी नहीं होगा, देखो भावें तुसीं अज ही सुनिया होवे, खुद सानूं नहीं पता। श्री गुरु नानक देव जी का जद्दी पिंड पट्ठेविंड है, पर किसी को याद नहीं। क्यों नहीं याद? क्योंकि जद महाराज उत्थे आपदे घरां च गए, जिहड़े सरीके वाले सीगे, महाराज कहते उठ के तुर जाओ। महाराज कहते भाई असीं हमेशा नहीं रहना है, अस तां थोड़े टाइम गुजारना, सानू बैठण दिओ। कहते नहीं, तुसीं पंचां सरपंचां नाल गंढ तुप करके तुहाडा की पता, तुसीं ते कब्जा कर लो
ਉਹਨਾਂ ਸਰੀਕੇ ਵਾਲਿਆਂ ਨੇ ਮਹਾਰਾਜ ਦੀ ਜ਼ਮੀਨ ਤੇ ਘਰ ਤੇ ਕਬਜ਼ਾ ਕੀਤਾ ਹੋਇਆ ਸੀ, ਨਜਾਇਜ਼ ਕਬਜ਼ਾ। ਗੁਰੂ ਜੀ ਨੂੰ ਬੈਠਣ ਨਹੀਂ ਦਿੱਤਾ। ਮਨ ਨੇ ਇਹ ਆਖਿਆ ਵੀ ਤੁਸੀਂ ਥੋੜਾ ਚਿਰ ਤਾਂ ਬੈਠ, ਕਹਿੰਦੇ ਨਹੀਂ। ਗੁਰੂ ਜੀ ਉਸ ਪੱਠੇਵਿੰਡ ਪਿੰਡ ਤੋਂ ਉੱਠ ਕੇ ਬਾਹਰ ਪੈਲੀਆਂ ਜਾ ਕੇ ਬਹਿ ਗਏ। ਜਿੱਥੇ ਮਨ ਨੇ ਚੌਂਕੜਾ ਮਾਰਿਆ ਉੱਥੇ ਤਾਂ ਆਲੀਸ਼ਾਨ ਬਹੁਤ ਸੁੰਦਰ ਵੱਡੇ ਖੇਤਰਫਲ 'ਚ ਗੁਰਦੁਆਰਾ ਸਾਹਿਬ ਬਣਿਆ ਹੋਇਆ, ਜਿਹਦਾ ਨਾਮ ਗੁਰਦੁਆਰਾ ਡੇਰਾ ਸਾਹਿਬ ਹੈ। ਉਹ ਪੱਠੇਵਿੰਡ ਪਿੰਡ, ਉਹਦਾ ਕੋਈ ਥੇਬ ਨਹੀਂ, ਉਹ ਜਿਹੜੀ ਗਿਆ। ਡੇਰਾ ਸਾਹਿਬ ਦੇ ਆਲੇ ਦੁਆਲੇ 40-50 ਘਰ ਤੁਹਾਨੂੰ ਮਿਲਣਗੇ, ਪੱਠੇਵਿੰਡ ਦਾ ਨਹੀਂ ਕੋਈ ਨਾਮੋ ਨਿਸ਼ਾਨ ਹੈ। ਇਸ ਵਾਸਤੇ ਪਾਤਸ਼ਾਹ ਫਰਮਾਉਂਦੇ ਨੇ, ਹਰ ਭਗਤਹੀਨ ਉਦਿਆਨ ਥਾਨ। ਹਰੀ ਪ੍ਰਮਾਤਮਾ ਦੀ ਭਗਤੀ ਤੋਂ ਜਿਹੜੇ ਰਹਿਤ ਨੇ, ਉਹਨਾਂ ਦਾ ਪ੍ਰਤੱਖ ਅਸਥਾਨ ਜਾਂ ਹਿਰਦੇ ਰੂਪੀ ਅਸਥਾਨ ਉਦਿਆਨ ਉਜਾੜ ਦੀ ਤਰ੍ਹਾਂ ਹੈ। ਗੁਰ ਪ੍ਰਸਾਦ ਘਟ ਘਟ ਪਛਾਨ। ਗੁਰਾਂ ਦੀ ਕਿਰਪਾ ਕਰਕੇ ਉਸ ਪ੍ਰਭੂ ਨੂੰ ਸਾਰੇ ਘਟਾਂ ਸਰੀਰਾਂ ਵਿੱਚ ਵਿਆਪਕ ਪਹਿਚਾਨਣਾ ਕਰੋ। ਹਰ ਕੀਰਤ ਰਸ ਭੋਗ ਰੰਗ। ਹਰ ਕੀਰਤਨ ਰਸ ਭੋਗ ਰੰਗ। ਪਰਮਾਤਮਾ ਦੇ ਜਸ ਨੂੰ ਪ੍ਰੇਮ ਨਾਲ ਕਰਕੇ ਆਨੰਦ ਮਾਣਨਾ ਕਰੋ ਭਾਈ। ਮਨ ਪਾਪ ਕਰਤਾ ਤੂੰ ਸਦਾ ਸੰਗ। ਮਨ ਨੂੰ ਸਿੱਖਿਆ ਦਈਏ ਕਿ हे ਮਨਾ, ਤੂੰ ਪਾਪ ਮੰਦ ਕਰਮ ਕਰਦਿਆਂ ਹਮੇਸ਼ਾ ਸੰਗਿਆ ਕਰ, ਸੰਕੋਚਿਆ ਕਰ। ਨਿਕਟ ਪ੍ਰੇਮ ਪ੍ਰਭ ਕਰਨਹਾਰ। ਸੰਸਾਰ ਨੂੰ ਰਚਣ ਵਾਲੇ ਪ੍ਰਮਾਤਮਾ ਨੂੰ ਸਦਾ ਆਪਣੇ ਨੇੜੇ ਵੇਖ। ਇਹ ਦੂਤ ਪ੍ਰਭ ਕਾਰਜ ਸਾਰ। ਜੋ ਇਸ ਲੋਕ ਤੇ ਉਸ ਲੋਕ ਵਿੱਚ ਪ੍ਰਮਾਤਮਾ ਹੀ ਤੇਰੇ ਸਾਰੇ ਕੰਮ ਸੰਭਾਲਣਾ ਕਰਦਾ ਹੈ। ਚਰਨ ਕਮਲ ਸਿਓ ਲਗੋ ਧਿਆਨ। ਉਹਨਾਂ ਮਨੁੱਖਾਂ ਦਾ ਹੀ ਪ੍ਰਮਾਤਮਾ ਦੇ ਚਰਨ ਕਮਲਾਂ ਨਾਲ ਧਿਆਨ ਲੱਗਿਆ ਹੈ। ਹਰ ਕਿਰਪਾ ਪ੍ਰਭ ਦੀਨੋ ਦਾਨ। ਕਾਰ ਕਿਰਪਾ ਪ੍ਰਭ ਕੀਨੋ ਦਾਨ। ਜਿਨ੍ਹਾਂ ਉੱਪਰ ਪ੍ਰਮਾਤਮਾ ਨੇ ਆਪਣੀ ਕਿਰਪਾ ਮਿਹਰ ਕਰਕੇ ਨਾਮ ਦਾ ਦਾਨ ਦੇਣਾ ਕੀਤਾ ਹੈ। ਤੇਰੀਆ ਸੰਤ ਜਨਾ ਕੀ ਬਾਛਾ ਦੂਰ। ਇਹ ਪ੍ਰਭੂ ਤੇਰੇ ਉਹਨਾਂ ਸ਼ਾਂਤ ਚਿਤ ਮਹਾਤਮਾ ਦੇਣਾ ਦੇ ਮੈਂ ਚਰਨਾਂ ਦੀ ਧੂੜੀ ਮੰਗਦਾ ਚਾਹੁੰਦਾ ਹਾਂ। ਜਪ ਨਾਨਕ ਸੁਆਮੀ ਸਾਧ ਹਜੂਰ। ਸਤਿਗੁਰੂ ਸਾਹਿਬ ਜੀ ਕਥਨ ਕਰਦੇ, ਹੀ ਸੁਆਮੀ ਮਾਲਕ ਪ੍ਰਭੂ ਜਿਹੜੇ ਸੰਤ ਜਨ ਤੈਨੂੰ ਹਮੇਸ਼ਾ ਨਿਕਟ ਜਾਣ ਕੇ ਜਪਣਾ ਕਰਦੇ ਨੇ, ਉਹਨਾਂ ਦੀ ਚਰਨ ਧੂੜੀ ਹੀ ਸਾਡੇ ਲਈ ਕਲਿਆਣ ਰਹਿਤ ਹੈ। ਭੁੱਲਾਂ ਚੁੱਕਾ ਖਿਮਾ ਕਰਨੀਆਂ ਜੀ, ਅੱਗੇ ਤੂੰ ਸਮਤ ਬਖਸ਼ਣੇ। ਚਰਨ ਕਮਲ ਸਿਓ ਲਗੋ ਧਿਆਨ। ਕਰ ਕਿਰਪਾ ਪ੍ਰਭ ਕੀਨੋ ਦਾਨ। ਸੰਤ ਜਨਾ ਕੀ ਬਾਛਾ ਧੂਰ। ਜਪ ਨਾਨਕ ਸੁਆਮੀ ਸਾਦਰ ਹਜੂਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਦੇਖੋ ਓੰਕਾਰ ਸਤਿਗੁਰੂ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸਤਿਗੁਰੂ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਦਾਈਆਂ। ਰਾਗ ਰਤਨ ਬਰਵਾਰ ਬਰੀਆਂ ਸ਼ਬਦ ਗਾਵਣ ਆਈਆਂ। ਸ਼ਬਦੋ ਤਾਂ ਗਾਵੋ ਹਰੀ ਕੇਰਾ ਮਾਲਕੀ ਵਸਾਇਆ। ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ। ਹਰ ਨਾਲ ਰਹੋ ਤੂੰ ਮਨ ਮੇਰੇ, ਦੁਖ ਸਭ ਸਾਰਨਾ। ਅੰਗੀਕਾਰੋ ਹਰੇ ਤੇਰਾ ਕਾਰਜ ਸਭ ਸਵਾਰਨਾ। ਸਭਨਾ ਕਾ ਸਮਰਥ ਸੁਆਮੀ, ਸੋ ਕਿਉ ਮਨੁ ਵਸਾਰਨਾ।